की गल भाई, बेचैनी क्यों? नहीं कुछ नहीं अमरीक सिया। कोई तो गल जरूर है भाई, की परेशानी है दस मैनू। अमरीक सिया मैं थोड़ा परेशान भी हाँ ते थोड़ा हैरान भी। वो क्यों? समा बदलदा है, युग बदलते ने, हालात भी बदल जाते ने। मैनू मेरे दादा जी ਵੱਡੇ ਬਾਈ ਦੀ ਕਹੀ ਹੋਈ ਗੱਲ ਯਾਦ ਆਉਂਦੀ ਹੈ। ਕਹਿੰਦੇ ਹੁੰਦੇ ਸੀ, ਛੋਟੇ ਦੇਖ ਜ਼ਮਾਨਾ ਕਿੰਨਾ ਬਦਲ ਗਿਆ, ਮਸ਼ੀਨਰੀ ਯੁੱਗ ਆ ਗਿਆ, ਚਾਰੇ ਪਾਸੇ ਤਰੱਕੀ ਹੋ ਗਈ ਹੈ। ਹਾਂ, ਤਰੱਕੀ ਤੇ ਤਬਦੀਲੀ ਤਾਂ ਸਮੇਂ ਦੇ ਨਾਲ ਆਉਣੀ ਹੋਣੀ ਆ। ਇਹਦੇ 'ਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਤੂੰ ਗੱਡੀ ਰੋਕ ਬਈ, ਰੋਕ ਤਾਂ ਸੀ 1 ਮਿੰਟ। ਹਾਂ ਇੱਥੇ ਰੋਕ ਲੈ। ਮੇਰੀ ਗੱਲ ਦਾ ਜਵਾਬ ਘੁਮਾ ਫਰਾ ਕੇ ਨਾ ਦੇ, ਸਿੱਧਾ ਦੱਸ ਦਿਲ 'ਚ ਕੀ ਆ। ਅਮਰੀਕ ਸਿਆ ਅਸਲ 'ਚ ਜਵਾਬ ਮੈਂ ਤਰਕ ਨਾਲ ਦੇਣਾ ਚਾਹੁੰਦਾ ਸੀ। ਮੈਨੂੰ ਸੀ ਕਿ ਸ਼ਾਇਦ ਤੇਰੇ ਜਵਾਬ 'ਚੋਂ ਮੈਨੂੰ ਕੋਈ ਤਰਕ ਲੱਭ ਪਵੇ। ਹੁਣ ਪਰਸੋਂ ਜਦੋਂ ਸ਼ਾਮ ਨੂੰ ਮੈਂ ਆਪਣੇ ਘਰੇ ਗਿਆ, ਚੀਅਰਸ ਪੀਓ, ਰੱਜ ਕੇ ਪੀਓ। ਤੂੰ ਭਰਾ ਯਾਰ, ਹੋਰ ਭਰਾ। ਉਹ ਤੋੜੇਗਾ ਇਹਨੂੰ? ਸਿਮਰਨ ਇਹ ਕੀ ਗੰਦ ਪਾ ਰੱਖਿਆ ਤੁਸੀਂ? पापा ये तो सुबह सब काम वाली साफ कर देगी। ਮੈਂ ਸ਼ਰਾਬ ਦੀ ਗੱਲ ਕਰ ਰਿਹਾ। ਛੋਟੇ ਕੱਪੜੇ, ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। अच्छा ते तुसी इन्हां कपड़ियां नूं गंद दस रहे हो? इन्नी छोटी सोच? ये अजकल दा फैशन है ते तुहाडी सोच उत्थे दी उत्थे। ਸ਼ਟ ਅਪ ਸਿਮਰਨ। ਪੁੱਤਰ ਜੀ ਮੈਂ ਤੁਹਾਡੀ ਇੱਜ਼ਤ ਕਰ ਰਿਹਾ ਹਾਂ, ਇਸ ਕਰਕੇ ਨਾ ਕੱਪੜਿਆਂ ਨੂੰ ਗੰਦਾ ਕਹਿ ਗਿਆ। ਕੱਪੜੇ ਛੋਟੇ ਤੇ ਵੱਡੇ ਹੋ ਸਕਦੇ ਆ ਪਰ ਗੰਦੇ ਨਹੀਂ। ਤੇ ਬਾਕੀ ਰਹੀ ਮੇਰੀ ਸੋਚ ਦੀ ਗੱਲ, ਉਹ ਤਾਂ ਛੋਟੀ ਹੋ ਸਕਦੀ ਹੈ ਪਰ ਸੋਚ ਤੁਹਾਡੀ ਵੀ ਬਹੁਤੀ ਵੱਡੀ ਨਹੀਂ। की मतलब? ਮਤਲਬ ਇਹ ਜੇ ਨਗੇਜ਼, ਇਹ ਲੱਚਰਪੁਣਾ, ਇਹ ਘਰੇ ਬੁਲਾ ਕੇ ਦੋਸਤਾਂ ਨੂੰ ਸ਼ਰਾਬਾਂ ਪਿਲਾਉਣੀਆਂ, ਇਹ ਤਰੱਕੀ ਦੀ ਨਿਸ਼ਾਨੀ ਹੈ? ਇਹੀ ਉੱਚੀ ਸੋਚ ਹੈ? ਤਾਂ ਫਿਰ ਆ ਵੀ ਲਾ ਸੁੱਟੋ ਜਿਹੜੀਆਂ 4 ਲੀਰਾਂ ਲਟਕਾਈਆਂ ਨੇ ਪਿੰਡੇ ਤੇ। ਦਿਖਾਓ ਜਾ ਕੇ ਬਾਹਰ ਲੋਕਾਂ ਨੂੰ ਆਪਣੀ ਉੱਚੀ ਸੋਚ ਦਾ ਸਬੂਤ। ਸਿਮਰਨ ਇਹ ਜਿਹੜੇ ਨਾ ਰੋਜ਼ ਮਾਸੂਮ ਬੱਚੀਆਂ ਦੇ ਨਾਲ ਬਲਾਤਕਾਰ ਹੋ ਰਹੇ ਨੇ ਨਾ, ਇਹਦੇ ਜਿੰਨੇ ਗੁਨਾਹਗਾਰ ਉਹ ਦਰਿੰਦੇ ਨੇ, ਉਨੀਆਂ ਹੀ ਗੁਨਾਹਗਾਰ ਉਹ ਕੁੜੀਆਂ ਨੇ ਜਿਹੜੀਆਂ ਤੁਹਾਡੇ ਵਾਂਗੂ ਇਹ ਛੋਟੇ ਕੱਪੜੇ ਪਾ ਕੇ ਆਪਣਾ ਨਗੇਜ਼ ਦਿਖਾਉਂਦੀਆਂ ਫਿਰਦੀਆਂ ਨੇ। ਸਿਮਰਨ ਸ਼ਾਇਦ ਇਸੇ ਕਰਕੇ ਲੋਕ ਧੀਆਂ ਨੂੰ ਆਪਣੀਆਂ ਕੁੱਖਾਂ ਵਿੱਚ ਮਾਰਦੇ ਨੇ ਕਿ ਕਿਤੇ ਉਹਨਾਂ ਦੇ ਘਰ ਤੇਰੇ ਵਰਗੀ ਉੱਚੀ ਸੋਚ ਵਾਲੀ ਕੁੜੀ ਨਾ ਪੈਦਾ ਹੋ ਜਾਵੇ। ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਕੀ ਇਸੇ ਨੂੰ ਤਰੱਕੀ ਕਹਿੰਦੇ ਨੇ? ਸਮਾਂ ਇੰਨੀ ਤਰੱਕੀ ਕਰ ਗਿਆ। ਤਰੱਕੀ ਕਰਨ ਨੂੰ ਤਾਂ ਜੇ ਬਹੁਤ ਸਮਾਂ ਲੱਗ ਜਾਣਾ ਇਹਨਾਂ ਨੂੰ। ਅਜੇ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਤਰੱਕੀ ਤੇ ਲੱਚਰਤਾ 'ਚ ਫਰਕ ਕੀ ਹੈ। ਇਸੇ ਕਰਕੇ ਮੈਂ ਪਰੇਸ਼ਾਨ ਹਾਂ। ਇਹਨਾਂ ਲੋਕਾਂ ਨੂੰ, ਇਹਨਾਂ ਨਵੇਂ ਮੁੰਡਿਆਂ ਨੂੰ ਕਦੋਂ ਪਤਾ ਲੱਗੂਗਾ ਕਿ ਤਰੱਕੀ ਕੀ ਹੈ ਤੇ ਲੱਚਰਤਾ ਕੀ ਹੈ? ਪਰ ਅਮਰੀਕ ਸਿਆ ਇਹ ਗੱਲਾਂ ਤਾਂ ਆਪਾਂ ਫੇਰ ਕਰਾਂਗੇ। ਤੁਸੀਂ ਇਹ ਦੱਸੋ ਅੱਜ ਆਪਾਂ ਜਾ ਕਿੱਥੇ ਰਹੇ ਹਾਂ? ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਮੈਨੂੰ? ਆਪਾਂ ਚੱਲੇ ਆ ਮੇਰੇ ਇੱਕ ਦੋਸਤ ਕੋਲ, ਜਿਹੜਾ ਸਮਾਜਿਕ ਕੰਮਾਂ 'ਚ ਮੋਹਰੀ ਹੋ ਕੇ ਕੰਮ ਕਰਦਾ, ਤੇ ਇਹਨਾਂ ਕੰਮਾਂ ਕਰਕੇ ਹੀ ਉਹ ਜੇਲ੍ਹ ਗਿਆ ਸੀ। 10 ਸਾਲਾਂ ਬਾਅਦ ਵਾਪਸ ਆਇਆ, ਉਹਨੂੰ ਮਿਲਣ ਚੱਲੇ ਆ। ਨਾਂ ਕੀ ਹੈ ਉਸ ਬੰਦੇ ਦਾ? ਉਹਦਾ ਨਾਂ ਸ਼ਮਸ਼ੇਰ ਸਿੰਘ ਤੇ ਕੰਮ ਆ ਲੋਕਾਂ ਦੀ ਸੇਵਾ ਕਰਨਾ। ਅੱਜ ਵੀ ਕਿਧਰੇ ਕਿਸੇ ਦੀ ਸੇਵਾ ਕਰਦਾ ਹੋਊਗਾ। ਚੱਲ ਮਿਲਾਉਣਾ ਤੈਨੂੰ।
ਵੀਰੇ ਉੱਠ ਵੀਰੇ ਵੀਰੇ ਪਰੋ ਜੋ ਛੱਡੋ ਮੈਨੂੰ ਵੀਰੇ ਉੱਠ ਜਾ ਪਰੋ ਜੋ ਛੱਡੋ ਮੈਨੂੰ ਵੀਰੇ ਤੇਰੀ ਬੇਟੇ ਘਬਰਾਣਾ ਨਹੀਂ ਹੈਗਾ। ਤੂੰ ਕਿਸੇ ਸਿੰਗਰ ਦੇ ਫੈਨ ਕੋਲ ਨਹੀਂ ਖੜੀ ਹੈਗੀ, ਗੁਰੂ ਗੋਬਿੰਦ ਸਿੰਘ ਜੀ ਦੇ ਫੈਨ ਕੋਲ ਖੜੀ ਹੋਈ ਆ। ਆਹ ਤੇਰਾ ਕੀ ਲੱਗਦਾ? ਮੇਰਾ ਭਰਾ ਹੈ। ਨਸ਼ਾ ਕਰਿਆ? ਉੱਠ ਹੈ ਤੇਰੀ ਉੱਠ। ਮਰ ਜਾ ਸ਼ਰਮ ਨਾਲ। ਤੂੰ ਆਪਣੀ ਭੈਣ ਦੀ ਰੱਖਿਆ ਨਹੀਂ ਕਰ ਸਕਦਾ? ਚੱਲ ਫੜ ਮੋਟਰਸਾਈਕਲ ਹੈ। ਬੈਠ ਕੁੜ ਗਈ। ਹੱਦ ਹੋ ਗਈ ਕਤੀੜ ਦੀ। ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਨੇ। ਹਾਂਜੀ ਹੋਰ ਸੁਣਾਓ? ਹੋਰ ਤਾਂ ਸਭ ਠੀਕ ਹੈ ਜੀ, ਤੁਸੀਂ ਦੱਸੋ? ਸਾਡੀ ਨੌਜਵਾਨ ਪੀੜ੍ਹੀ ਕਿਵੇਂ ਗਰਕ ਹੋਈ ਪਈ ਆ, ਨਸ਼ਿਆਂ ਤੇ ਲੱਗੀ ਪਈ ਆ। ਮੈਂ ਤਾਂ ਕਦੇ-ਕਦੇ ਇਹ ਸੋਚਦਾ ਵਾਂ ਕਿ ਸਾਡੇ ਗੁਰੂ ਪੀਰਾਂ ਨੇ ਜਿਹੜਾ ਪੰਜਾਬ ਬਣਾਇਆ ਸੀ ਇਹ ਪੰਜਾਬ ਆ। ਨਸ਼ਿਆਂ ਤੇ ਲੱਗੇ ਹੋਏ ਨੇ ਸਭ। ਕਦੀ-ਕਦੀ ਮੈਂ ਸੋਚਦਾ ਜੇ ਭਗਤ ਸਿੰਘ ਹੋਣੀ ਵੀ ਇਹ ਚੀਜ਼ ਸੋਚ ਲੈਂਦੇ, ਜੇ ਉਹ ਵੀ ਘਰ ਬਹਿ ਜਾਂਦੇ ਹੱਥ ਤੇ ਹੱਥ ਰੱਖ ਕੇ, ਕਿ ਸਾਨੂੰ ਇਹ ਆਜ਼ਾਦੀ ਮਿਲ ਜਾਂਦੀ। ਅਸੀਂ ਤਾਂ ਆਜ਼ਾਦੀ ਪਤਾ ਕੀ ਸਮਝ ਲਈਏ? ਸ਼ਰਾਬ ਪੀਣਾ ਤੇ ਆ ਕੰਜਰਖਾਨਾ ਕਰਨਾ, ਬਸ ਇਹੀ ਆਜ਼ਾਦੀ ਹੋ ਗਈ ਸਾਡੀ ਤਾਂ। ਬਿਲਕੁਲ ਠੀਕ ਹੈ ਬਾਈ। ਤੁਸੀਂ ਤਾਂ 10 ਸਾਲਾਂ ਬਾਅਦ ਆ ਕੇ ਦੇਖ ਰਹੇ ਹੋ ਨਾ, ਅਸੀਂ ਤਾਂ ਰੋਜ਼ ਦੇਖਦੇ ਹਾਂ। ਸੰਗ ਸ਼ਰਮ ਨਾਂ ਦੀ ਤਾਂ ਕੋਈ ਚੀਜ਼ ਨਹੀਂ ਰਹੀ। ਰਹਿੰਦੀ ਖੁੰਦੀ ਕਸਰ ਆਹ ਲੰਡੂ ਗਾਇਕਾਂ ਨੇ ਕੱਢਤੀ, ਜਿਹੜੇ ਪੰਜਾਬੀ ਸੱਭਿਆਚਾਰ ਦੇ ਖਾਮਖਾ ਠੇਕੇਦਾਰ ਬਣ ਕੇ ਨੌਜਵਾਨਾਂ ਨੂੰ ਮਗਰ ਲਾਈ ਫਿਰਦੇ ਆ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਮੇਰੇ ਤਾਂ ਆਪਣੇ ਘਰ ਦਾ ਬੇੜਾ ਗਰਕ ਹੋਇਆ ਪਿਆ। ਜਵਾਕ ਮੇਰੀ ਗੱਲ ਹੀ ਸੁਣ ਰਹੇ। ਉਹਨਾਂ ਨੂੰ ਕੁਛ ਕਹੋ ਤਾਂ ਸਿੱਧੇ ਗੱਲ ਨੂੰ ਪੈਂਦੇ ਨੇ, ਪਾਰਟੀਆਂ ਕਰਦੇ ਨੇ, ਨਾ ਦਿਨ ਦੇਖਦੇ ਆ ਨਾ ਰਾਤ ਦੇਖਦੇ ਆ। ਘਰ ਦਾ ਹਾਤਾ ਬਣਾਇਆ ਹੋਇਆ, ਕੀ ਕੀਤਾ ਜਾਏ? ਦੁਖੀ ਹੋਇਆ ਪਿਆ ਮੈਂ ਤਾਂ। ਦਰਅਸਲ ਆਵਾ ਹੀ ਉੱਤੇ ਪਿਆ ਹੁਣ ਤਾਂ। ਦੇਸ਼ ਦੇ ਬਾਰਡਰ ਤੇ ਜਵਾਨ ਮਰ ਰਿਹਾ, ਖੇਤਾਂ 'ਚ ਕਿਸਾਨ ਮਰ ਰਿਹਾ, ਸਾਡੇ ਨੌਜਵਾਨ ਬੇਰੁਜ਼ਗਾਰ ਮਰਦੇ ਪਏ ਨੇ। ਆਹ ਢੋਲ ਢਮੱਕੇ ਲਾ ਕੇ ਸਿੰਗਰਾਂ ਨੂੰ ਪਤਾ ਨਹੀਂ ਕੀ ਨੱਚਣ ਦੀ ਪਈ ਆ। ਪੰਜਾਬੀ ਮਾਂ ਬੋਲੀ ਦੇ ਅਸੀਂ ਠੇਕੇਦਾਰ ਆ। ਆਏ ਹਿੰਮਤ ਹਾਰਿਆ ਤਾਂ ਕੁਛ ਨਹੀਂ ਬਣਨਾ। ਸਾਨੂੰ ਸਭ ਨੂੰ ਮਿਲ ਕੇ ਸੰਘਰਸ਼ ਕਰਨਾ ਚਾਹੀਦਾ। ਕੱਲ ਨੂੰ ਹੀ ਫਿਰ ਸਮਾਜਿਕ ਕ੍ਰਿਤੀਆਂ ਦੇ ਖਿਲਾਫ ਆਪਾਂ ਨੂੰ ਝੰਡਾ ਚੱਕਣਾ ਹੀ ਪੈਣਾ। ਕਰੋ ਫਿਰ ਤਿਆਰੀ। ਕਿੰਨੇ ਕਿਸੇ ਹੋਰ ਨੇ ਥੋੜੀ ਕਰਨਾ ਹੈ, ਇਹ ਤੂੰ ਮੈਂ ਹੀ ਕਰਨਾ ਹੈ। ਠੀਕ। ਸਾਡੇ ਘਰ ਲੱਗੀ ਅੱਗ ਅਸੀਂ ਬੁਝਾਣੀ ਆ। ਆਪਣੀ ਇਸ ਮੁਹਿੰਮ ਦੇ ਵਿੱਚ ਦਿਲਾਵਰ ਖਾਨ ਵੀ ਆਪਣੇ ਨਾਲ। ਮੈਂ ਕਰਦਾ ਉਹਨਾਂ ਨੂੰ। ਹਾਂ ਖਾਨ ਸਾਹਿਬ ਨੂੰ ਕਰੋ ਫੋਨ, ਉਹ ਵੀ ਆਪਣੇ ਨਾਲ ਰਹਿਣਗੇ। ਕੱਲ ਹੀ ਗੱਡ ਦੋ ਫਿਰ ਝੰਡਾ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂ ਬਸ ਠੀਕ ਹੈ ਜੀ। ਹਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਉਹ। ਹਾਂ ਬਸ ਠੀਕ ਹੈ, ਅਸੀਂ ਆਉਂਦੇ ਤੁਹਾਡੇ ਕੋਲ। ਠੀਕ ਹੈ ਭਾਈ, ਓਕੇ। ਲਓ ਜੀ, ਠੀਕ ਹੈ ਜੀ। ਠੀਕ ਹੈ, ਕਿਸੇ ਨਾ ਕਿਸੇ ਨੂੰ ਤਾਂ ਕਰਨਾ ਹੀ ਪੈਣਾ ਸੀ। ਹਾਂਜੀ ਖਾਨ ਸਾਹਿਬ, ਆ ਜਾਓ। ਅਸੀਂ ਸਰਪੰਚਾਂ ਦੇ ਖੇਤ ਖੜੇ ਹਾਂ, ਉਹੀ ਜਾਮਣ ਵਾਲਾ। ਆ ਜਾਓ ਆ ਜਾਓ ਆ ਜਾਓ। ਸਮਾਂ ਕਿੰਨਾ ਬਦਲ ਚੁੱਕਿਆ ਹੈ। ਹੁਣ ਤਾਂ ਸਮਾਂ ਦੇਖ ਕੇ ਡਰ ਜਾ ਲੱਗਣ ਲੱਗ ਗਿਆ। ਡਰ ਇਸ ਗੱਲ ਦਾ ਨਹੀਂ ਹੈਗਾ ਕਿ ਸਮਾਂ ਬਦਲ ਗਿਆ, ਡਰ ਤਾਂ ਇਸ ਗੱਲ ਦਾ ਹੈ ਕਿ ਸੋਚ ਬਦਲ ਗਈ। ਸਾਡੇ ਗੁਰੂਆਂ ਪੀਰਾਂ ਨੇ ਇਸ ਲਈ ਕੁਰਬਾਨੀਆਂ ਕੀਤੀਆਂ ਸੀਗੀਆਂ। ਸਾਡੇ ਜੁਝਾਰੂ ਸਿੰਘਾਂ ਨੇ ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਂ ਕੀ ਪਾਉਣਾ ਸੀਗਾ, ਅਸੀਂ ਤਾਂ ਉਹਨਾਂ ਨੂੰ ਭੁੱਲ ਗਏ ਆ। ਲੋਕ ਤਾਂ ਇਹ ਵੀ ਭੁੱਲ ਗਏ ਨੇ ਕਿ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਮਹਿੰਗੇ ਮੁੱਲ ਦੀਆਂ ਸਰਦਾਰੀਆਂ ਦਿੱਤੀਆਂ ਨੇ। ਤੇ ਇਹ ਕੁਰਬਾਨੀਆਂ ਉਹਨਾਂ ਨੇ ਤਾਂ ਦਿੱਤੀਆਂ ਸੀ ਕਿਉਂਕਿ ਉਹਨਾਂ ਦੇ ਖੂਨ ਦੇ ਵਿੱਚ ਗੈਰਤ ਸੀ, ਅਣਖ ਸੀ। ਅਣਖੀ ਤੇ ਗੈਰਤਮੰਦ ਲੋਕਾਂ ਤੋਂ ਦੁਸ਼ਮਣ ਡਰਦਾ। ਪਰ ਅੱਜ ਕੱਲ੍ਹ ਤਾਂ ਸਾਡੀ ਅਣਖ ਤੇ ਗੈਰਤ ਖਤਮ ਹੁੰਦੀ ਜਾ ਰਹੀ ਹੈ, ਤੇ ਜਾਂ ਖਤਮ ਕੀਤੀ ਜਾ ਰਹੀ ਹੈ। ਕਣਕ ਘਟ ਗਈ ਹੈ ਤੇ ਗੁੱਲੀ ਡੰਡਾ ਵੱਧ ਗਿਆ।
ਉਹ ਕਿਸਾਨ ਹੀ ਕਾਹਦਾ ਜਿਹੜਾ ਆਪਣੇ ਖੇਤ 'ਚੋਂ ਗੁੱਲੀ ਡੰਡਾ ਨਾ ਵੱਢ ਸਕੇ। हेलो, हाँ खान भाई, ठीक है जी। लो जी, खान भाई कहता पट्ठे ते आ जाओ। चल गए? ਚਲੋ ਫਿਰ चलो ਪੱਠੇ ਤੇ। चलो चलो। ਤੂੰ ਵੀ ਲਾ ਲਾ ਓਏ। ਆ ਲੈ। रुको 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 रुको, पीछे 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 कर, गड्डी पीछे कर। हाँ पीछे कर यार, छेती कर। आ देखो, ਆ ਕੀ ਹੋ ਰਿਹਾ ਓਏ? कुछ नहीं जी, ਆ ਕੀ ਹੈ? कुछ नहीं जी। ਨਸ਼ਾ ਕਰਦੇ ਓਏ? ਜੇ ਦੁਬਾਰਾ ਨਸ਼ਾ ਕਰਦਾ ਫੜ ਲਿਆ ਨਾ, ਜਾਨੋਂ ਮਾਰ ਦੋਗੇ ਜਾਨੋਂ। ठीक है जी। ਤੈਨੂੰ ਪਤਾ ਏ ਤੂੰ ਕਿਹਦੇ ਡੰਡਾ ਮਾਰ ਲੱਗਾ ਸਾਂ ਹੈ? ਔਰ ਕਿਹਦੇ ਪੱਠੇ ਤੇ ਹੈ ਤੇਰੀ ਚਲ ਹੱਟ। ਕੌਣ ਨੇ ਲੋਕ? ਅਸੀਂ ਤਾਂ ਤੁਹਾਡੇ ਕੋਲੇ ਆ ਰਹੇ ਸੀ, ਵੇਖਿਆ ਰਾਹ ਦੇ ਵਿੱਚ ਇੱਥੇ ਨਸ਼ਾ ਕਰਦੇ ਪਏ ਨੇ, ਫਿਰ ਥੋੜੀ ਜੀ ਕੀਤੀ ਸੇਵਾ। ਵਧੀਆ ਕੀਤਾ। ਜਿਹੜੇ ਬੰਦੇ ਜ਼ੁਬਾਨ ਦੀ ਬੋਲੀ ਨਾ ਸਮਝਣ, ਉਹਨਾਂ ਨੂੰ ਇਹੀ ਬੋਲੀ ਸਮਝਾਉਣੀ ਚਾਹੀਦੀ। ਬਿਲਕੁਲ। ਮੈਂ ਚਾਹਣਾ ਕਿਉਂ ਨਾ ਇਸ ਮਾਮਲੇ ਦੇ ਲਈ ਆਪਾਂ ਸਰਪੰਚ ਦੇ ਘਰ ਚੱਲੀਏ। ਬਿਲਕੁਲ ਜਾਣਾ ਬਿਲਕੁਲ ਬਿਲਕੁਲ ਚਾਹੀਦਾ। ਜਾਣਾ ਚਾਹੀਦਾ। ਚਲੋ ਚੱਲੀਏ ਸਰਪੰਚ ਕੋਲ ਫਿਰ। ਚਲੋ। ਲੈ ਵੀ ਕਾਕਾ। ਸਰਪੰਚ ਸਾਹਿਬ ਜੀ, ਸਾਡਾ ਕੰਮ ਜ਼ਰੂਰ ਕਰਵਾ ਦਿਓ ਜੀ। ਉਹ ਕਾਕਾ ਕਿਉਂ ਫਿਕਰ ਕਰੀ ਜਾਂਦਾ, ਹੋ ਜੂ ਤੇਰਾ ਕੰਮ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹਦਾ ਵੀ ਕੰਮ ਆਪਾਂ ਨੂੰ ਕਰਾਉਣਾ ਪੈਣਾ ਕਿਸੇ ਵੀ ਹਾਲ 'ਚ। ਸਤਿ ਸ੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ੍ਰੀ ਅਕਾਲ ਜੀ। अस्सलाम वालेकुम अस्सलाम सरपंच वालेकुम। सत श्री अकाल। बैठो जी बैठो। ਹੋਰ ਸੁਣਾਓ ਜੀ, ਕੀ ਹਾਲ ਚਾਲ? ਸਰਪੰਚ ਸਾਹਿਬ, ਹਾਲ ਤਾਂ ਠੀਕ ਨੇ, ਪਰ ਚਾਲ ਹੀ ਠੀਕ ਨਹੀਂ ਹੈ। ਉਹ ਖਾਨ ਸਾਹਿਬ, ਚਾਲ ਵੀ ਠੀਕ ਕਰ ਦਿੰਦੇ ਆ। ਲਿਆ ਵੀ ਛੋਟਿਆ, ਅੰਦਰੋਂ ਚਾਹ ਪਾਣੀ ਲਿਆ। ਨਹੀਂ ਸਰਪੰਚ ਸਾਹਿਬ, ਚਾਹ ਪਾਣੀ ਦੀ ਖੇਚਲ ਨਾ ਕਰੋ, ਅਸੀਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨ ਆਏ ਆ। ਕੀ ਗੱਲ? ਸੁੱਖ ਹੈ? ਸਰਪੰਚ ਸਾਹਿਬ, ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਹਾਂ। ਦਰਅਸਲ ਅੱਜ ਮੇਰੇ ਪੱਠੇ ਤੇ ਮੇਲੇ ਆ ਰਹੇ ਸੀ ਤੇ ਉੱਥੇ ਕੁਝ ਮੁੰਡੇ ਨਸ਼ਾ ਕਰ ਰਹੇ ਸੀ। ਉਹਨਾਂ ਦੀ ਸੇਵਾ ਪਾਣੀ ਤਾਂ ਅਸੀਂ ਵਧੀਆ ਕਰਕੇ ਆਏ। ਸਰਪੰਚ ਸਾਹਿਬ, ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਹਾਂ ਕਿ ਉਹ ਪੱਠਾ ਪੈਂਦਾ ਹੈ ਤੁਹਾਡੇ ਪਿੰਡ ਦੇ ਏਰੀਏ ਵਿੱਚ, ਤੇ ਹੋ ਸਕਦਾ ਹੈ ਮੁੰਡੇ ਤੁਹਾਡੇ ਪਿੰਡ ਦੇ ਆਉਣ। ਉਹ ਗੱਲ ਤਾਂ ਖਾਨ ਸਾਹਿਬ ਤੁਹਾਡੀ ਠੀਕ ਹੈ, ਇਹਦੇ 'ਚ ਮੈਂ ਕੀ ਕਰ ਸਕਦਾ? ਇਹ ਕੰਮ ਤਾਂ ਪੁਲਿਸ ਤੇ ਸਰਕਾਰਾਂ ਦੇ ਨੇ। ਸਰਪੰਚ ਸਾਹਿਬ, ਇਹ ਤੁਹਾਡੀ ਗਲਤਫਹਿਮੀ ਹੈ। ਇਹ ਨਹੀਂ ਹੈਗਾ ਕਿ ਤੁਸੀਂ ਸਰਕਾਰ ਨੂੰ ਵੋਟ ਪਾਤੀ, ਤੁਹਾਡਾ ਕੰਮ ਖਤਮ। ਅਖਬਾਰ ਤੇ ਬਹਿ ਗਏ, ਮਾਰ ਲਈ ਝੱਗ, ਸਰਕਾਰ ਇਹ ਕਰ ਰਹੀ ਆ, ਉਹ ਕਰ ਰਹੀ ਆ। ਸਰਕਾਰ ਨੂੰ ਚੰਡੀਗੜ੍ਹ ਬੈਠਿਆਂ ਕੋਈ ਸੁਪਨਾ ਨਹੀਂ ਆਣਾ, ਜਾਂ ਪੁਲਿਸ ਅਫਸਰਾਂ ਨੂੰ ਥਾਣਿਆਂ 'ਚ ਬੈਠਿਆਂ, ਦਫ਼ਤਰਾਂ 'ਚ ਬੈਠਿਆਂ ਕੋਈ ਸੁਪਨਾ ਨਹੀਂ ਆਣਾ ਕਿ ਤੁਹਾਡੇ ਪਿੰਡ 'ਚ ਕੀ ਹੋ ਰਿਹਾ, ਨਸ਼ਾ ਵਿਕ ਰਿਹਾ ਜਾਂ ਕੌਣ ਵੇਚ ਰਿਹਾ ਜਾਂ ਕੌਣ ਪੀ ਰਿਹਾ। ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੋ ਨਾ, ਜ਼ਿੰਮੇਵਾਰੀਆਂ ਸਮਝੋ। ਹੁਣ ਜੇ ਸਾਰਾ ਦਿਨ ਇੱਥੇ ਫੇਸਬੁੱਕਾਂ ਤੇ ਮਗਜ਼ ਮਾਰਦੇ ਫਿਰਦੇ ਹੋ, ਇਹਨਾਂ ਦੀ ਜਿਹੜੇ ਆ ਨਸ਼ੇੜੀ ਇਹ ਨਸ਼ਾ ਵੇਚਦੇ ਨੇ ਲੋਕ ਨੇ, ਇਹਨਾਂ ਦੀ ਬਣਾ ਕੇ ਵੀਡੀਓ ਫੇਸਬੁੱਕ ਤੇ ਪਾਇਆ ਕਰੋ। ਅਫਸਰਾਂ ਨੂੰ ਦੱਸੋ, ਜੇ ਤੁਹਾਡੀ ਕੋਈ ਸੁਣਵਾਈ ਨਹੀਂ ਕਰਦਾ ਤਾਂ ਮੀਡੀਆ ਕੋਲ ਜਾਓ। ਇਹ ਲੰਬੜਦਾਰ ਤੇ ਸਰਪੰਚਾਂ ਦੀ ਜ਼ਿੰਮੇਵਾਰੀਆਂ ਨੇ। ਆਪਣੀ ਜ਼ਿੰਮੇਵਾਰੀਆਂ, ਆਪਣਾ ਪਰਿਵਾਰ ਪਿੰਡ ਨੂੰ ਸਮਝ ਕੇ ਤੇ ਦਿਲੋਂ ਨਿਭਾਓ। ਸਮਝ ਗਏ? ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਮੈਂ ਆਪਣਾ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਉਂਗਾ। ਤੇ ਖਾਨ ਸਾਹਿਬ, ਮੈਂ ਤੁਹਾਡੇ ਨਾਲ ਇਹ ਵਾਅਦਾ ਵੀ ਕਰਦਾ ਕਿ ਅੱਜ ਤੋਂ ਬਾਅਦ
ਮੇਰੇ ਪਿੰਡ ਦੇ ਵਿੱਚ ਨਾ ਕੋਈ ਨਸ਼ਾ ਵੇਚਣ ਵਾਲਾ ਤੇ ਨਾ ਹੀ ਕੋਈ ਨਸ਼ਾ ਕਰਨ ਵਾਲਾ ਰਹੂਗਾ। ਸ਼ਾਬਾਸ਼ ਸਰਪੰਚ ਸਾਹਿਬ। ਅਗਰ ਤੁਹਾਡੇ ਵਰਗੀ ਸੋਚ ਪੰਜਾਬ ਦਾ ਹਰ ਇੱਕ ਸਰਪੰਚ ਰੱਖੇ ਤੇ ਸਾਡਾ ਪਿੰਡ ਤੇ ਕੀ, ਏਰੀਆ ਤੇ ਕੀ, ਸਾਡੇ ਪੂਰੇ ਪੰਜਾਬ 'ਚੋਂ ਨਸ਼ਾ ਖਤਮ ਹੋ ਸਕਦਾ ਹੈ ਤੇ ਸਾਡੇ ਪੰਜਾਬ ਦੀ ਨੌਜਵਾਨੀ ਫਿਰ ਤੋਂ ਜਿੰਦਾ ਹੋ ਸਕਦੀ ਹੈ। ਬਿਲਕੁਲ ਬਿਲਕੁਲ ਸਹੀ ਹੈ। ਠੀਕ ਹੈ ਨਾ, ਫਿਰ ਸਾਨੂੰ ਦੇਵੋ ਹੁਣ ਆਗਿਆ ਜਾਣ ਦੀ। ਚਲੋ ਜੀ। ਓਕੇ ਸਰਪੰਚ ਸਾਹਿਬ। ਚੰਗਾ ਸਰਪੰਚ ਸਾਹਿਬ। ਓਕੇ ਜੀ। ਬਾਕੀ ਮੇਰੇ ਤਾਂ ਕੋਈ ਵੀ ਜ਼ਰੂਰਤ ਹੋਵੇ ਤਾਂ ਕਦੇ ਵੀ ਦੱਸਿਓ ਬਿਲਕੁਲ ਜੀ। ਸਰਪੰਚ ਸਾਹਿਬ, ਬਿਲਕੁਲ। ਸਤਿ ਸ੍ਰੀ ਅਕਾਲ ਜੀ। ਲੰਬੜਦਾਰ ਸਾਹਿਬ, ਹਾਂਜੀ, ਗੱਲ ਤਾਂ ਇਹ ਸਹੀ ਕਹਿੰਦੇ ਸੀ। ਚਾਹੀਦਾ ਹੀ ਨਸ਼ਾ ਤਾਂ ਬੰਦ। ਗੱਲ ਸੁਣੋ ਵਿਚੋਲਿਆ, ਵਿਆਹ ਦੇ ਵਿੱਚ ਕੋਈ ਸੇਵਾ ਦੀ ਕਮੀ ਨਹੀਂ ਰਹਿਣੀ ਚਾਹੀਦੀ। ਮੈਂ ਮਾਨ ਬੁੱਕ ਕਰਿਆ। ਉਹ ਮੁੰਡੇ ਦੇ ਵਿਆਹ ਤੋਂ ਬਾਅਦ ਮੈਂ ਕੁੜੀ ਦਾ ਵਿਆਹ ਕਰਨਾ। ਫਿਰ ਦੇਖੀ ਤੂੰ ਕਿਵੇਂ ਮੈਂ ਪਾਣੀ ਵਾਂਗੂ ਪੈਸੇ ਬਹਾਉਣਾ। ਭਾਵੇਂ ਮੈਨੂੰ ਆਪਣਾ ਖੂੰਜਾ ਜ਼ਮੀਨ ਦਾ ਸਿੱਧਾ ਕਰਨਾ ਪੈ ਜਾਵੇ, ਪਰ ਮੈਂ ਮੁੱਛ ਨਹੀਂ ਮੇਰੀ ਹੋਣ ਦੇਣੀ। ਉਜਾਗਰ ਸਿੰਘ ਜੀ, ਆਓ ਜੀ ਆਓ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਵਾਹ ਜੀ ਵਾਹ। अस्सलामुअलैकुम। ਆਓ ਜੀ ਅਮਰੀਕ ਸਿੰਘ ਜੀ, ਧੰਨ ਭਾਗ ਸਾਡੇ ਘਰ ਪਹੁੰਚੇ। ਹੋਰ ਸੁਣਾ। ਆ ਜਾਓ ਜੀ, ਆ ਜਾਓ। ਆ ਜਾਓ ਆ ਜਾਓ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ ਆ ਤੁਹਾਡਾ? ਹਾਲ ਤਾਂ ਠੀਕ ਆ, ਚਾਲ ਠੀਕ ਕਰਨ ਲੱਗੇ ਹੋਏ ਆ। ਇਹ ਮੇਰੇ ਦੋਸਤ ਨੇ ਬਾਈ ਸ਼ਮਸ਼ੇਰ ਸਿੰਘ, ਜੇਲ੍ਹ ਚੋਂ ਰਿਹਾ ਹੋ ਕੇ ਆਏ ਨੇ। ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੀ ਹੋ। ਇਹਨਾਂ ਨੂੰ ਕੌਣ ਨਹੀਂ ਜਾਣਦਾ। ਹੁਣ ਮੇਰੇ ਲਈ ਕੀ ਹੁਕਮ ਆ? ਨਹੀਂ ਸਰਦਾਰ ਜੀ, ਹੁਕਮ ਦੀ ਕੋਈ ਗੱਲ ਨਹੀਂ। ਅਸੀਂ ਤਾਂ ਤੁਹਾਡੇ ਨਾਲ ਇੱਕ ਗੰਭੀਰ ਮਸਲੇ ਤੇ ਗੱਲ ਕਰਨ ਆਏ ਹਾਂ। ਸਰਦਾਰ ਸਾਹਿਬ, ਗੱਲ ਇਹ ਆ, ਜਦੋਂ ਵੀ ਕੋਈ ਇਮਾਰਤ ਬਣਾਉਣੀ ਹੋਵੇ ਨਾ, ਉਹਦੀ ਨਿਉ ਮਜ਼ਬੂਤ ਰੱਖਣੀ ਪੈਂਦੀ ਆ। ਜਿਹੜਾ ਗ੍ਰਸਤ ਹੁੰਦਾ ਨਾ, ਇਹਦੀ ਵੀ ਗ੍ਰਸਤ ਜਦੋਂ ਮੁੱਢ ਬੰਨਾਂਗੇ ਨਾ, ਮੁੱਢ ਬੰਨਣ ਲੱਗਿਆਂ ਸੱਚਾਈ, ਪਵਿੱਤਰਤਾ ਨੂੰ ਮੁੱਖ ਰੱਖਿਆ ਜਾਏਗਾ। ਮੁੱਖ ਰੱਖਾਂਗੇ ਤਾਂ ਹੀ ਨਤੀਜੇ ਵਧੀਆ ਨਿਕਲਣਗੇ। ਮੈਂ ਤੁਹਾਡੀ ਗੱਲ ਸਮਝਿਆ ਨਹੀਂ ਜੀ। ਸਰਦਾਰ ਸਾਹਿਬ, ਸਾਨੂੰ ਪਤਾ ਲੱਗਾ ਕਿ ਤੁਸੀਂ ਕਾਕਾ ਜੀ ਦੇ ਵਿਆਹ ਤੇ ਸਿੰਗਰ ਵੀ ਬਹੁਤ ਮਹਿੰਗਾ ਬੁੱਕ ਕੀਤਾ ਤੇ ਬਰਾਤ ਵੀ 400-500 ਬੰਦਿਆਂ ਦੀ ਜਾਊ। ਵਾਹ ਬੇ ਵਾਹ। ਤੁਹਾਨੂੰ ਪਤਾ ਜਿਹੜਾ ਤੁਸੀਂ ਸਿੰਗਰ ਬੁੱਕ ਕੀਤਾ ਉਹ ਕਿੰਨੇ ਅਸ਼ਲੀਲ ਗਾਣੇ ਗਾਉਂਦਾ। ਲੱਚਰਤਾ ਵਿੱਚ ਆਪਣੇ ਏਰੀਆ ਸਭ ਤੋਂ ਜ਼ਿਆਦਾ ਮਸ਼ਹੂਰ ਆ। ਤੇ ਸਾਹਮਣੇ ਆਪਣੀਆਂ ਧੀਆਂ ਭੈਣਾਂ ਬੈਠੀਆਂ ਹੋਣਗੀਆਂ, ਜਿਨ੍ਹਾਂ ਵੱਲ ਇਸ਼ਾਰੇ ਕਰਕੇ ਉਹਨੇ ਗੰਦੇ ਟੋਟਕੇ ਸੁਣਾਉਣੇ ਆ, ਤੇ ਆਪਾਂ ਡੁੰਨ ਵੱਟੇ ਵੱਢ ਕੇ ਦੇਖੀ ਜਾਣਾ। ਸਰਦਾਰ ਸਾਹਿਬ, ਤੁਹਾਨੂੰ ਪਤਾ ਹੈ ਜਿਹੜਾ ਤੁਸੀਂ ਲੱਖਾਂ ਰੁਪਏ ਦੇ ਕੇ ਸਿੰਗਰ ਬੁੱਕ ਕੀਤਾ ਹੈ ਤੇ ਉੱਪਰੋਂ ਵਿਆਹ ਵਾਲੇ ਦਿਨ ਅਸੀਂ ਉਹਦੇ ਉੱਤੋਂ ਹੋਰ ਨੋਟ ਵਾਰਨੇ ਆ। ਉਹਨੇ ਕਰਨਾ ਕੀ ਆ? ਗਾਂਧੀ ਬੋਲਣਾ ਉੱਥੇ, ਜੋ ਸਾਡੀਆਂ ਧੀਆਂ ਭੈਣਾਂ ਨੇ ਸੁਣਨਾ। ਨਾਲੇ ਤਾਂ ਆਪਾਂ ਰੁਪਈਏ ਦੇ ਕੇ ਆਪਣਾ ਕਰਜ਼ਾ ਵਧਾਉਂਦੇ ਆ, ਨਾਲੇ ਆਪਣੀਆਂ ਧੀਆਂ ਭੈਣਾਂ ਨੂੰ ਤਾਂ ਜਲੀਲ ਕਰਾਉਂਦੇ ਆ। ਮੈਂ ਤੁਹਾਡੀ ਗੱਲ ਸਮਝਿਆ ਨਹੀਂ ਜੀ। ਸਰਦਾਰ ਸਾਹਿਬ, ਇਹ ਵੀ ਪਤਾ ਲੱਗਾ ਕਿ ਤੁਸੀਂ ਦਾਜ ਦੇ ਵਿੱਚ ਬਹੁਤ ਮਹਿੰਗੀ ਗੱਡੀ ਦੀ ਡਿਮਾਂਡ ਕੀਤੀ ਹੈ। ਜਿਹੜੀ ਆਪਾਂ ਧੀ ਵਿਆਹ ਕੇ ਲਿਆਵਾਂਗੇ ਨਾ, ਉਹ ਤੋਂ ਦਾਜ ਲੈ ਕੇ ਕੀ ਆਪਾਂ ਠੀਕ ਕਰ ਰਹੇ ਆ? ਸੋਚੋ ਤੁਸੀਂ ਭਲਾ। ਜਿਹੜਾ ਪਿਓ ਕਰਜ਼ਾਈ ਹੋ ਕੇ ਆਪਣੀ ਧੀ ਡੋਲੀ ਪਾਊਗਾ, ਤੁਸੀਂ ਕੀ ਸੋਚਦੇ ਹੋ ਉਹ ਤੁਹਾਡੀ ਇੱਜ਼ਤ ਕਰੂਗੀ? ਨਹੀਂ, ਉੱਪਰ ਤੁਹਾਡੀ ਇੱਜ਼ਤ ਜ਼ਰੂਰ ਕਰੂਗੀ, ਪਰ ਮਨੋ ਮਣੀ ਤੁਹਾਡੇ ਸਿਰ ਦੇ ਵਿੱਚ ਜੁੱਤੀਆਂ ਮਾਰੂਗੀ, ਜੁੱਤੀਆਂ। ਹਾਂਜੀ ਕਾਕਾ ਜੀ, ਜਿਹੜੀ ਗਲਤੀ ਤੁਸੀਂ ਕਰਨ ਜਾ ਰਹੇ ਹੋ ਨਾ, ਉਹ ਗਲਤੀ ਮੈਂ ਵੀ ਕੀਤੀ ਸੀ। ਮੇਰੇ ਬੱਚੇ ਅੱਜ ਮੈਨੂੰ ਅੱਖਾਂ ਦਿਖਾ ਕੇ ਕਹਿੰਦੇ ਆ, ਪਿਓ ਜੀ ਤੁਸੀਂ ਵੀ ਇਹ ਕੁਝ ਕਰ ਚੁੱਕੇ ਹੋ, ਤੁਸੀਂ ਮੈਨੂੰ ਕਿਵੇਂ ਰੋਕੋਗੇ? ਤੇ ਤੁਹਾਨੂੰ ਮੈਂ ਸਮਝਾ ਰਿਹਾ ਕਿ ਤੁਸੀਂ ਵੀ ਇਹ ਗਲਤੀ ਨਾ ਕਰਿਓ। ਤੁਹਾਨੂੰ ਵੀ ਮੇਰੇ ਵਾਂਗੂ ਪਛਤਾਉਣਾ ਪਊਗਾ। ਬਾਪੂ, ਮੈਂ ਦਾਜ ਨਹੀਂ ਲੈਣਾ, ਆਪਾਂ ਸਿੰਪਲ ਵਿਆਹ ਕਰਨਾ ਹੈ। ਸ਼ਾਬਾਸ਼। ਔਰ ਤੂੰ ਦੱਸ ਉਜਾਗਰ ਸਿਆ, ਤੈਨੂੰ ਕੀ ਚਾਹੀਦਾ? ਵਿਆਹ ਤਾਂ ਪਹਿਲਾਂ ਵੀ ਮੇਰੀ ਮਰਜ਼ੀ ਨਾਲੇ ਹੋਣਾ ਸੀ ਤੇ ਹੁਣ ਵੀ ਮੇਰੀ ਮਰਜ਼ੀ ਨਾਲੇ ਹੋਊਗਾ। ਪਹਿਲਾਂ ਮੈਂ ਨੂੰਹ ਵਿਆਹ ਕੇ ਲੈ ਕੇ ਆਉਣੀ ਸੀ ਤੇ ਹੁਣ ਮੈਂ ਧੀ ਬਣਾ ਕੇ ਲੈ ਕੇ ਆਉਂਗਾ। ਮੈਂ ਦਾਜ ਨਹੀਂ ਲੈਂਦਾ, ਉਹ ਮੇਰੇ ਕੋਲ ਤਾਂ ਰੱਬ ਦਾ ਦਿੱਤਾ ਸਾਰਾ ਕੁਝ ਆ। ਮੈਂ 11 ਬੰਦੇ ਹੀ ਸਿਰਫ ਬਰਾਤ 'ਚ ਲੈ ਕੇ ਜਾਊਂਗਾ। ਖੁਸ਼ ਕੀਤਾ ਆ ਵੀ ਜਿਉਂਦਾ ਰਹੇ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਬਲਜਿੰਦਰ ਸਿੰਘ ਜੀ, ਹੋਰ ਠੀਕ ਹੈ ਜੀ? ਸੁਣਾਓ, ਠੀਕ ਠਾਕ ਵਧੀਆ ਹੋ? ਜੀ, ਬੈਠੋ। ਕੀ ਲਿਖਦੇ ਪਏ ਹੋ ਬਾਈ? ਬਸ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਕੀ ਹਾਲਾਤ ਚੱਲਦੇ ਪਏ ਨੇ। ਕੁਝ ਚੰਗਾ ਤਾਂ ਰਿਹਾ ਨਹੀਂ ਲਿਖਣ ਵਾਸਤੇ। ਮਾੜਾ ਹੀ ਲਿਖ ਰਹੇ ਆ। ਕੱਲ ਇੱਕ ਵਿਆਹ ਤੇ ਗਿਆ ਸੀਗਾ, ਉੱਥੇ ਅੱਛਾ। ਤੁਹਾਡੀ ਤੇ ਸਿਰਫ ਤੁਹਾਡੀ ਚਰਚਾ ਚੱਲਦੀ ਪਈ ਸੀ। ਅੱਛਾ ਅੱਛਾ।
ਮਨ ਨੂੰ ਬਹੁਤ ਖੁਸ਼ੀ ਹੋਈ ਜੋ ਤੁਸੀਂ ਲੱਚਰ ਜਿਹਾ ਖੜਾ ਬੰਦ ਕਰਾਇਆ। ਬਹੁਤ ਵਧੀਆ ਉਪਰਾਲਾ ਕੀਤਾ ਚੰਗੇ ਕੰਮ ਦੀ ਤਾਂ ਸਾਰੇ ਹੀ ਸ਼ਲਾਘਾ ਕਰਦੇ ਹੀ ਨੇ। ਤੇ ਮੈਂ ਤਾਂ ਹੀ ਸੋਚਿਆ ਤੇ ਮੈਂ ਚਲੋ ਬਾਈ ਜੀ ਨੂੰ ਮਿਲ ਕੇ ਆਈਏ। ਮੈਂ ਚਾਹੁੰਦਾ ਕਿ ਤੁਹਾਡੀ ਇਸ ਮੁਹਿੰਮ 'ਚ ਮੈਨੂੰ ਵੀ ਸੇਵਾ ਦਾ ਮੌਕਾ ਦਿਓ। ਅਸੀਂ ਕੌਣ ਹੁੰਨੇ ਆ ਸੇਵਾ ਦੇਣ ਵਾਲੇ? ਇਹ ਤੇ ਮਹਾਰਾਜ ਦੇ ਹੱਥ ਆ, ਉਹਨੇ ਕੰਮ ਕਰਾਉਣੇ ਹੁੰਦੇ ਸਾਰਿਆਂ ਤੋਂ। ਆਓ ਸਾਰੇ ਰਲ ਕੇ, ਸਾਰੇ ਪੰਜਾਬੀਆਂ ਦਾ ਫਰਜ਼ ਬਣਦਾ ਹੈ। ਅੱਜ ਆਪਾਂ ਜਾਣਾ, ਅੱਜ ਫਿਰ ਘੁੱਲੇ ਮਾਨ ਦਾ ਖਾੜਾ, ਉੱਥੇ ਮਸਤਾਂ ਦੇ ਡੇਰੇ ਉਹਨੇ ਲਾਇਆ ਹੋਇਆ ਪੀਰਾਂ ਦੀ ਸਮਾਧ ਉੱਤੇ। ਹਾਂਜੀ, ਆਪਾਂ ਜਾ ਕੇ ਰੋਕ ਲੈਨੇ, ਅੱਜ ਫੇਰ ਚੱਲਦੇ ਆਂ। ਉਹਦਾ ਪੂਰਾ ਵਿਰੋਧ ਕਰਨਾ ਆਪਾਂ ਡਟ ਕੇ। ਬਿਲਕੁਲ ਜੀ। ਚਲੋ ਸਾਡੇ ਨਾਲ, ਐਵੇਂ ਹੀ ਕਿਰਪਾ ਹੋ ਜਾਵੇਗੀ। ਠੀਕ ਹੈ ਜੀ। ਮੈਂ ਆਪਣੇ ਆਪ ਨੂੰ ਬੜਾ ਭਾਗਾ ਵਾਲਾ ਮਹਿਸੂਸ ਕਰਦਾ ਜੋ ਬਾਬਾ ਜੀ ਦੇ ਦਰ ਤੇ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ। ਉਹ ਕੀ ਦੱਸਾਂ ਸੱਚੀਆਂ ਸਰਕਾਰਾਂ ਬਾਰੇ ਜੋ ਫੂਕ ਮਾਰ ਕੇ ਦੁੱਧ ਪੁੱਤੀ ਦਾਤ ਬਖਸ਼ ਦਿੰਦੇ ਨੇ। ਲਓ ਬਾਬਾ ਜੀ ਦੀ ਫਰਮਾਇਸ਼ ਤੇ ਪੇਸ਼ ਕਰਨ ਲੱਗਿਆ ਇੱਕ ਚੱਕਵਾਂ ਜਿਹਾ ਗਾਣਾ। ਕੋਈ ਚੱਕਵਾਂ ਗਾਣਾ ਗਾ ਬਾਬੇ ਦੀ ਫਰਮਾਇਸ਼ ਤੇ, ਕੋਈ ਸੂਟ ਪੰਜਾਬੀ ਪਾ ਬਾਬੇ ਦੀ ਫਰਮਾਇਸ਼ ਤੇ। ਚੱਕਵਾਂ ਗਾਣਾ ਗਾ ਸੂਟ ਪੰਜਾਬੀ ਪਾ ਬਾਬੇ ਦੀ ਫਰਮਾਇਸ਼ ਤੇ, ਬਾਬੇ ਦੀ ਫਰਮਾਇਸ਼ ਤੇ, ਫਰਮਾਇਸ਼ ਤੇ। ਚੱਕਵਾਂ ਉਹ ਤੈਨੂੰ ਕਿੰਨੀ ਵਾਰੀ ਸਮਝਾਇਆ ਆ ਗਾਣਾ ਛੱਡ ਦੇ ਲੱਚਰ। ਤੁਸੀਂ ਆ ਕੀ ਹਾਲ ਕਰਿਆ ਪੰਜਾਬ ਦਾ? ਲੱਚਰ ਸਾਡੀ ਗਾਇਕੀ ਨਹੀਂ, ਤੁਹਾਡੀ ਸੋਚ ਲੱਚਰ ਹੈ। ਅੱਛਾ, ਸਾਡੀ ਸੋਚ ਲੱਚਰ ਹੈ। ਲੱਚਰ ਤਾਂ ਫਲਾਈ ਜਾਂਦੀ ਹੈ, ਲੱਚਰ ਤਾਂ ਬਣਾਈ ਜਾਂਦੀ ਹੈ। ਇੱਕ 22 ਸਾਲ ਦੀ ਮਾਂ ਜਾਂ 25 ਸਾਲ ਦੀ ਮਾਂ ਆਪਣੇ ਜਦੋਂ ਬੱਚੇ ਨੂੰ ਦੁੱਧ ਦਿੰਦੀ ਹੁੰਦੀ ਨੇ, ਟ੍ਰੇਨ ਵਿੱਚ, ਬੱਸ ਵਿੱਚ, ਕਿਤੇ ਵੀ, ਉਦੋਂ ਉਹਨੂੰ ਦੇਖ ਕੇ ਸਾਨੂੰ ਆਪਣੀ ਮਾਂ ਯਾਦ ਆਉਂਦੀ ਆ। ਤੇ ਜਦੋਂ ਤੁਸੀਂ ਟੀਵੀਆਂ ਤੇ ਲੱਚਰਤਾ ਪੈਦਾ ਕਰਦੇ ਹੋ, ਠੁਮਕੇ ਲਵਾਉਂਦੇ ਹੋ ਤੇ ਦਿਖਾਉਂਦੇ ਹੋ ਗੰਦਗੀ ਘਰ ਘਰ ਜਾ ਕੇ, ਤੇ ਤੈਨੂੰ ਪਤਾ ਹੀ ਆ ਉਹ ਕੀ ਬਣਦਾ। ਉਹ ਮਾਂ ਦੇ ਅੰਦਰ ਮਮਤਾ ਹੁੰਦੀ ਹੈ ਬੱਚੇ ਨੂੰ ਦੁੱਧ ਦੇਣ ਦੀ, ਤਾਂ ਸਾਨੂੰ ਮਾਂ ਯਾਦ ਆਉਂਦੀ ਹੈ। ਉਹ ਚੈਨਲਾਂ ਤੇ ਤੁਹਾਡੀ ਕੀ ਮਮਤਾ ਹੁੰਦੀ ਹੈ? ਜਾਂ ਰੁਪਈਆ ਕਮਾਣਾ ਜਾਂ ਗੰਦਗੀ ਫਲਾਉਣਾ। ਤੁਹਾਡੇ ਕੋਲ ਦੋ ਹੀ ਨੇ ਬਸ। ਪੱਛਮੀ ਸੱਭਿਆਚਾਰ ਕਿੱਥੇ ਪਹੁੰਚ ਗਿਆ, ਤੁਹਾਡੀ ਸੋਚ ਉੱਥੇ ਹੀ ਖੜੀ ਹੈ। ਜੇ ਇਹੀ ਗੱਲ ਭਗਤ ਸਿੰਘ ਸੋਚ ਲੈਂਦਾ ਨਾ ਉਦੋਂ ਵੀ ਅਸੀਂ ਉਹਨਾਂ ਨਾਲ ਰਲਣਾ ਗੋਰਿਆਂ ਨਾਲ, ਤੇ ਅੱਜ ਫਲੈਸ਼ਾਂ ਕਿਤੇ ਤੂੰ ਸਾਫ਼ ਕਰਦਾ ਨਜ਼ਰ ਆਂਦਾ। ਐਵੇਂ ਤੂੰ ਠੁਮਕੇ ਨਹੀਂ ਸੀ ਲਾਉਂਦਾ, ਸਾਡੇ ਪੰਜਾਬ ਨੂੰ ਨਹੀਂ ਸੀ ਲੁੱਟਦੇ। ਇਹੀ ਗੱਲ ਕਿਤੇ ਭਗਤ ਸਿੰਘ ਨੇ ਸੋਚੀ ਹੁੰਦੀ ਵੀ ਮੈਂ ਉਹਨਾਂ ਨਾਲ ਰਲਣਾ। ਤੇ ਭਗਤ ਸਿੰਘ ਨੇ ਕੀ ਕਰਿਆ? ਫੈਸਲਾ ਲਿਆ, ਆਪਣੇ ਪੰਜਾਬ ਦਾ ਕਲਚਰ, ਆਪਣੇ ਦੇਸ਼ ਦਾ ਕਲਚਰ ਬਚਾਇਆ। ਤੁਹਾਡੇ ਵਾਂਗੂ ਨਹੀਂ ਉਹਨਾਂ ਦੇ ਮਗਰ ਮਗਰ ਪਾ ਡਰੈਸਾਂ ਉਹਨਾਂ ਨੂੰ ਲੋੜ ਆ ਕਿ ਸਾਡੇ ਪਾਉਣ। ਸਾਨੂੰ ਫੋਲੋ ਕਰ ਰਹੇ ਨੇ ਅੱਜ ਅੰਗਰੇਜ਼। ਉਹ ਅੰਮ੍ਰਿਤ ਛਕ ਰਹੇ ਨੇ, ਉਹ ਹਿੰਦੂ ਬਣ ਰਹੇ ਨੇ, ਉਹ ਮੁਸਲਮਾਨ ਬਣ ਰਹੇ ਨੇ, ਉਹ ਸਿੱਖ ਬਣ ਰਹੇ ਨੇ। ਉਹ ਸਾਡੀ ਰੀਸ ਕਰ ਰਹੇ ਆ, ਸਾਡੀ ਹਿੰਦੁਸਤਾਨੀਆਂ ਦੀ। ਤੇ ਤੁਸੀਂ ਚੰਦ ਕੁੱਟ ਕੇ ਉਹਨਾਂ ਦੇ ਪਿੱਛੇ ਲੱਗੇ ਹੋਏ ਹੋ। ਜਿੱਦਨੇ ਸਿਆਣੇ ਹੋ ਗਏ ਨਾ, ਪਤਾ ਲੱਗ ਗਿਆ ਨਾ ਤੁਹਾਨੂੰ, ਆ ਠੁਮਕੇ ਵਿੱਚ ਹੀ ਰਹਿ ਜਾਣੇ ਨੇ। ਬਾਕੀ ਇੱਕ ਗੱਲ ਹੋਰ ਆ, ਜਿਹੜਾ ਤੁਸੀਂ ਕਹਿੰਦੇ ਨਾ ਗ੍ਰੰਥਾਂ ਦੇ ਵਿੱਚ ਲੱਚਰਤਾ, ਤੈਨੂੰ ਪਤਾ ਗ੍ਰੰਥਾਂ ਵਿੱਚ ਕੀ ਹੈ? ਹਥਿਆਰ ਇਹ ਡਾਕਟਰ ਦੇ ਹੱਥ 'ਚ ਵੀ ਹੁੰਦਾ ਹੈ, ਹਥਿਆਰ ਇਹ ਜ਼ਾਲਮ ਦੇ ਹੱਥ 'ਚ ਵੀ ਹੁੰਦਾ ਹੈ। ਆਈ ਗੱਲ ਸਮਝ 'ਚ? ਜ਼ਾਲਮ ਦੀ ਸੋਚ ਕਿਹੋ ਜੀ ਹੁੰਦੀ ਹੈ ਇਹ ਵੀ ਤੈਨੂੰ ਪਤਾ ਹੈ। ਬੰਦੇ ਨੂੰ ਮੌਤ ਦੇਣੀ ਉਹੀ ਹਥਿਆਰ ਨਾਲ, ਡਾਕਟਰ ਨੇ ਉਸੇ ਹਥਿਆਰ ਦੇ ਨਾਲ ਇਨਸਾਨ ਨੂੰ ਇੱਕ ਜ਼ਿੰਦਗੀ ਨਵੀਂ ਦੇਣੀ ਹੁੰਦੀ ਆ। ਤੇ ਜਿਹੜੀ ਕਹਿ ਰਹੇ ਹੋ ਨਾ ਧਾਰਮਿਕ ਗ੍ਰੰਥਾਂ ਦੇ ਵਿੱਚ ਹੈ, ਉਹ ਬਾਪ ਆਪਣੇ ਬੱਚੇ ਨੂੰ ਸਮਝਾਉਂਦਾ, ਮਾਂ ਬੱਚੇ ਨੂੰ ਸਮਝਾਉਂਦੀ ਆ। ਮੂਰਖ ਪ੍ਰਾਣੀ, ਤੂੰ ਮੇਰੀ ਸਾਧ ਸੰਗਤ ਨੂੰ ਭੜਕਾ ਰਿਹਾ ਹੈ। ਇਹ ਪੀਰਾਂ ਫਕੀਰਾਂ ਦੀ ਸੰਗਤ ਨੂੰ ਪੁਠੇਰਾ ਪਾ ਰਿਹਾ ਹੈ। ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਨੇ, ਸ਼ਰੀਰ ਅਲੱਗ-ਅਲੱਗ ਨੇ, ਪਰ ਹੈ ਇੱਕੇ। ਅੱਛਾ ਜੀ, ਬੜਾ ਗਿਆਨ ਹੈ। ਇੱਕ ਗੱਲ ਸੁਣ ਲਾ, ਆਪਣੀ ਸੰਗਤ ਜੀ ਬਣਾ ਕੇ ਤੇ ਆਪਣੇ ਸਟੇਜਾਂ ਤੇ ਕਹਿਣਾ ਬੜਾ ਸੌਖਾ, ਜਦੋਂ ਸਾਹਮਣੇ ਖੜਾ ਹੋਵੇ ਨਾ ਜਵਾਬ ਦੇਣਾ ਔਖਾ ਹੋ ਜਾਂਦਾ। ਪੀਰ ਜੇ ਇੱਕ ਹੁੰਦਾ ਨਾ, ਪੀਰ ਭੀਖਮਸ਼ਾ ਦੇਵੀਗੜ੍ਹ ਛੱਡ ਕੇ ਪਟਨਾ ਸਾਹਿਬ ਨਾ ਜਾਂਦੇ। ਉਦੋਂ ਉਹਨਾਂ ਨੇ ਕੀ ਕਿਹਾ ਸੀਗਾ ਕਿ ਅੱਜ ਮੱਕਾ ਖਾਲੀ ਹੋ ਗਿਆ, ਅੱਲਾ ਨੇ ਜਨਮ ਪਟਨੇ ਲੈ ਲਿਆ। ਜਿਹੜੇ ਤੁਸੀਂ ਆ ਨਸ਼ਿਆਂ ਤੇ ਲਾਇਆ ਪਿਆ ਨਾ, ਅਸੀਂ ਮਸਤਾਂ ਦੇ, ਅਸੀਂ ਫਲਾਨਾ ਢੀਂਗੜਾ, ਸਾਰਿਆਂ ਤੋਂ ਵੱਡਾ ਮਸਤ ਤੇ ਪੀਰ ਫਰੀਦ ਜੀ ਨੇ। ਫਰੀਦ ਜੀ ਦਾ ਸਰੀਰ ਵੀ ਕਾਂ ਖਾਈ ਜਾਂਦੇ ਸੀਗੇ, ਉਹਨਾਂ ਨੂੰ ਨਹੀਂ ਉੱਥੇ ਸੁਲਫਾਂ ਜਾਂ ਬੀੜੀਆਂ ਨਜ਼ਰ ਆਉਂਦੀਆਂ ਸੀਗੀਆਂ। ਉਹ ਸਭ ਤੋਂ ਵੱਡਾ ਸਾਈਂ ਮੀਆਂ ਮੀਰ, ਜਿਹਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ, ਉਹ ਪੀਰ ਬੁੱਧੂ ਸ਼ਾਹ। ਹੋਰ ਤੁਹਾਨੂੰ ਕਿੰਨੇ ਕੁ ਸਬੂਤ ਦਈਏ? ਉਹ ਜਿਹੜੇ ਸੱਚੇ ਪੀਰ ਨੇ, ਅਸੀਂ ਉਹਨਾਂ ਅੱਗੇ ਸਿਰ ਝੁਕਾਉਂਦੇ ਆ, ਅਸੀਂ ਉਹਨਾਂ ਦਾ ਸਨਮਾਨ ਕਰਦੇ ਆ। ਫਰੀਦ ਜੀ ਨੂੰ ਸਵੇਰੇ ਉੱਠ ਕੇ ਹਰ ਸਿੱਖ ਮੱਥਾ ਟੇਕਦਾ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਨੇ। ਤੇ ਤੁਸੀਂ, ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ ਤੇ ਤੁਸੀਂ ਕੀ ਦਿੱਤਾ?
ਆ ਨੌਜਵਾਨਾਂ ਨੂੰ ਬੀੜੀਆਂ, ਆ ਠੁਮਕੇ, ਆ ਨੋਟ। ਇੱਕ ਬੜੀ ਪੰਜਾਬ ਦੀ ਮਸ਼ਹੂਰ ਕਹਾਵਤ ਆ ਸਾਡੇ ਬਜ਼ੁਰਗਾਂ ਦੀ, ਆ ਪੈਸਾ, ਕਿ ਪੈਸਾ ਕਿੰਨਾ ਕੋਲ ਐਵੇਂ ਬੇਅਦਬੀ ਪੈਸੇ ਦੀ ਕਰਨੀ, ਹੋਰ ਪੈਸਾ ਕਿੰਨਾ ਕੋਲ ਹੁੰਦਾ। ਇਹ ਤੁਸੀਂ ਸਾਬਤ ਕਰ ਦਿੱਤਾ ਕਿ ਪੈਸਾ ਕਿੰਨਾ ਕੋਲ ਹੁੰਦਾ ਤੇ ਕਿਵੇਂ ਬੇਅਦਬੀ ਪੈਸੇ ਦੀ ਹੁੰਦੀ ਆ। ਇਹ ਲక్ష్ਮੀ ਹੈ, ਸਾਡਾ ਦੇਸ਼ ਨੂੰ ਲక్ష్ਮੀ ਮੰਨਦਾ, ਪਰ ਅਸੀਂ ਇਹਨੂੰ ਪੈਸਾ ਵੀ ਮੰਨਦੇ ਆ, ਲక్ష్ਮੀ ਵੀ ਮੰਨਦੇ ਆ। ਤੇ ਤੁਸੀਂ ਇਹਦਾ ਕੀ ਹਾਲ ਕਰਦੇ ਹੋ? ਤੁਸੀਂ ਇਹ ਸਾਬਤ ਕਰ ਦਿੱਤਾ ਕਿ ਇਹ ਕਿੰਨਾ ਕੋਲ ਹੁੰਦਾ। ਬਾਕੀ ਤੁਸੀਂ ਆ ਮਲੰਗ ਸਿੰਗਰਾਂ ਦੇ ਪਿੱਛੇ ਲੱਗ ਕੇ, ਟੁੱਚ ਜੇ ਸਿੰਗਰ ਦੇ ਪਿੱਛੇ ਲੱਗ ਕੇ ਕੋਈ ਲਿਆ ਕੇ ਚੰਗੇ ਸਿੰਗਰਾਂ ਤੋਂ ਗਵਾਓ, ਸੂਫੀ ਗਵਾਓ, ਕਵਾਲ ਗਵਾਓ। ਆ ਗੀਤ ਸੱਭਿਆਚਾਰਕ ਹੈ, ਸੱਭਿਆਚਾਰਕ ਦੇ ਧੱਜੀਆਂ ਡਾਉਂਦੇ ਨੇ। ਆ ਕੋਈ ਸਿੰਗਰ ਹੈ? ਅਸੀਂ ਬਾਈ ਦੇ ਬਹੁਤ ਵੱਡੇ ਫੈਨ ਆ। ਅੱਛਾ ਜੀ। ਅਸੀਂ ਬਾਈ ਲਈ ਜਾਨ ਦੇ ਵੀ ਸਕਨੇ ਆ ਤੇ ਜਾਨ ਲੈ ਵੀ ਸਕਨੇ ਆ। ਬੇਟਾ ਤੁਸੀਂ ਕੀ ਇਹਦੇ ਬਹੁਤ ਵੱਡੇ ਫੈਨ। ਅੱਜ ਤੈਨੂੰ ਇਹ ਦੱਸਦੇ ਆ ਫੈਨ ਹੁੰਦੇ ਕੀ ਨੇ। ਤੁਸੀਂ ਭੈਣ ਭਰਾ ਹੋ, ਠੀਕ ਆ, ਤੇ ਇੱਥੇ ਬੈਠੇ ਹੋਏ ਹੋ। ਤੁਹਾਡੇ ਪਿਓ ਦਾ ਵੇਖੋ ਕੀ ਹਾਲ ਆ, ਉਹ ਕਿਹੜੀ ਜ਼ਿੰਦਗੀ ਜੀ ਰਿਹਾ ਹੈ। ਆ ਜਾ ਤੈਨੂੰ ਅਸੀਂ ਦੱਸਦੇ ਆ ਫੈਨ ਕੀ ਹੁੰਦੇ ਨੇ। 2 ਸਿੱਖ ਸੀਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ, ਦੋਵੇਂ ਪਿਓ ਪੁੱਤ, ਤੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਸੀ। ਪਿਤਾ ਜੀ। ਹਾਂਜੀ ਪੁੱਤਰ। ਮੈਨੂੰ ਪਤਾ ਲੱਗਿਆ ਕਿ ਆਪਣੇ ਇਲਾਕੇ 'ਚ ਨਾ ਮਹਾਰਾਜ ਆਏ ਹੋਏ ਨੇ। ਪਤਾ ਲੱਗਾ ਸੀ ਸੰਗਤ ਤੋਂ ਮੈਨੂੰ ਵੀ ਕਿ ਮਹਾਰਾਜ ਧਰਮਸ਼ਾਲਾ ਵਿੱਚ ਠਹਿਰੇ ਹੋਏ ਨੇ ਆ ਕੇ ਸੰਗਤ ਸਮੇਤ। ਅੱਛਾ ਪਿਤਾ ਜੀ। ਹਾਂਜੀ। ਜੇ ਆਪਾਂ ਗੁਰੂ ਸਾਹਿਬਾਨ ਨੂੰ ਸੰਗਤ ਸਮੇਤ, ਹਾਂਜੀ, ਆਪਾਂ ਪ੍ਰਸ਼ਾਦੇ ਤੇ ਬੁਲਾਈਏ। ਬਹੁਤ ਵਧੀਆ ਤੇਰੀ ਸੋਚ ਹੈ ਪੁੱਤ, ਬਹੁਤ ਵਧੀਆ। ਪਰ ਤੈਨੂੰ ਘਰ ਦੇ ਹਾਲਾਤ ਤੇ ਪਤਾ ਹੀ ਹੈ। ਆਪਣੀ ਹਾੜੀ ਸੌਣੀ ਫਸਲ ਕਦੇ ਪਾਣੀ ਮਾਰ ਜਾਂਦਾ, ਕਦੇ ਸੋਕਾ ਮਾਰ ਜਾਂਦਾ। ਪਿਤਾ ਜੀ। ਹਾਂਜੀ। ਫਿਰ ਆਪਾਂ ਨਾ ਇੱਕ ਕੰਮ ਕਰਦੇ ਆਂ, ਆਪਾਂ ਨਾ ਸੇਠ ਤੋਂ ਕਰਜ਼ਾ ਲੈ ਲੈਨੇ ਆ, ਵਿਆਜ ਸਮੇਤ ਮੋੜ ਦਾਂਗੇ। ਉਹ ਸ਼ਾਬਾਸ਼, ਚੱਲ ਫਿਰ ਜੇ ਤੇਰੀ ਇੱਛਾ ਤਾਂ ਚਲੋ ਠੀਕ ਹੈ। ਫਿਰ ਦੁੱਧ ਛਕ ਕੇ ਚਲੋ। ਚਲੋ ਫਿਰ ਚੱਲੀਏ। ਚਲੋ ਫਿਰ ਦੇਖਦੇ ਹਾਂ। ਸਤਨਾਮ ਵਾਹਿਗੁਰੂ। ਹੋਰ ਲਾਲਾ ਜੀ ਕਿੱਦਾਂ ਚੱਲਦੀ ਆ ਦੁਕਾਨਦਾਰੀ ਤੁਹਾਡੀ? ਕਾਦੀ ਚੱਲਣੀ ਆ ਬਸ ਇਹ ਹੈ ਕਿ ਸਮਾਨ ਸ਼ਹਿਰੋਂ ਲਿਆਉਂਦੇ ਆ, ਇੱਥੇ ਲੋਕਾਂ ਨੂੰ ਵੰਡ ਦਿੰਦੇ ਆ। ਬਚਦਾ ਪੁੱਛਦਾ ਕੁਝ ਨਹੀਂ, ਬਸ 2 ਵਕਤ ਦੀ ਰੋਜੀ ਰੋਟੀ ਚੱਲਦੀ ਆ। ਉਥੋਂ ਲਿਆਂਦੀ ਇੱਥੇ ਦੇ ਤੇ। ਰਾਮ ਰਾਮ ਭਾਈ, ਰਾਮ ਰਾਮ। ਬੈਠੋ ਬੈਠੋ। ਹੋਰ ਲਾਲਾ ਜੀ ਠੀਕ ਹੋ? ਠੀਕ ਠਾਕ ਆ ਭਾਈ, ਕਿਰਪਾ ਸ਼ੰਭੂ ਨਾਥ ਦੀ ਕਿਰਪਾ। ਦੱਸੋ ਭਾਈ ਕਿਵੇਂ ਆਉਣੇ ਹੋਏ? ਜੀ ਸੇਠ ਜੀ ਬਸ ਛੋਟੀ ਜੀ ਅਰਜ਼ ਸੀ। ਦੇਖੋ ਜੀ, ਜਿਹਨੂੰ ਕੋਈ ਗਰਜ ਹੋਊ ਉਹੀ ਅਰਜ਼ ਕਰੂ। ਹੈ ਤੁਸੀਂ ਦੱਸੋ ਕੀ ਗਰਜ ਹੈ, ਮਤਲਬ ਕੀ ਅਰਜ਼ ਹੈ, ਦੱਸੋ। ਅਰਜ਼ ਇਹ ਹੈ ਜੀ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਇਲਾਕੇ 'ਚ 5ਵੇਂ ਪਾਤਸ਼ਾਹ ਸੰਗਤ ਸਮੇਤ ਆਏ ਹੋਏ ਨੇ। ਧੰਨ ਭਾਗ। ਗੁਰੂ ਜੀ ਧਰਮਸ਼ਾਲਾ 'ਚ ਠਹਿਰੇ ਹੋਏ ਨੇ। ਅਸੀਂ ਦੋਨਾਂ ਜਣਾ ਪਿਓ ਪੁੱਤਾਂ ਨੇ ਸਲਾਹ ਕਰੀ ਸੀਗੀ ਕਿ ਕਿਉਂ ਨਾ ਆਪਾਂ ਮਹਾਰਾਜ ਨੂੰ ਘਰ ਸੱਦ ਕੇ ਪ੍ਰਸ਼ਾਦਾ ਛਕਾਈਏ, ਨਾਲੇ ਨਗਰ ਦਾ ਭਲਾ ਹੋ ਜਾਵੇਗਾ, ਨਾਲੇ ਸੰਗਤ ਦਾ ਭਲਾ ਹੋ ਜਾਵੇਗਾ। ਆਨੰਦ। ਲੰਗਰ ਲਈ ਥੋੜਾ ਰਾਸ਼ਨ ਦੀ ਲੋੜ ਸੀ, ਤੁਹਾਡੇ ਤੋਂ ਰਾਸ਼ਨ ਲੈਣਾ, ਉਹ ਵੀ ਉਧਾਰ। ਕੋਈ ਗੱਲ ਹੀ ਨਹੀਂ, ਤੁਹਾਡੀ ਆਪਣੀ ਦੁਕਾਨ ਹੈ, ਜੋ ਚਾਹੀਦਾ ਲੈ ਜੋ, ਦੁਕਾਨ ਹੀ ਤੁਹਾਡੀ ਹੈ ਜੀ। ਬਸ ਤੁਸੀਂ ਇਹ ਸਮਝੋ ਅਸੀਂ ਤਾਂ ਰੱਖੀ ਬੈਠੇ ਹਾਂ। ਸਮਾਨ ਲੈ ਜਾਓ, ਪੈਸੇ ਦੇ ਜਾਓ, ਸਮਾਨ ਲੈ ਜਾਓ, ਪੈਸੇ ਦੇ ਜਾਓ, ਬਸ। ਜਦੋਂ ਫਸਲ ਆ ਗਈ ਸਭ ਤੋਂ ਪਹਿਲਾਂ ਤੁਹਾਡਾ ਹਿਸਾਬ ਕਰਾਂਗੇ। ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਕੱਲ ਨੂੰ ਆ ਕੇ ਸਮਾਨ ਲੈ ਜਾਓ। ਠੀਕ ਹੈ ਜੀ। ਜਿੰਨਾ ਮਰਜ਼ੀ, ਜੋ ਚਾਹੀਦਾ ਹੈ ਨਾ। ਧੰਨ ਭਾਗ। ਹਾਂਜੀ ਚੰਗਾ ਭਾਈ, ਚੰਗਾ। ਬਹੁਤ ਬਹੁਤ ਮਿਹਰਬਾਨੀ ਜੀ। ਹੋਰ ਕੋਈ ਸੇਵਾ ਦੱਸੋ? ਨਾ ਜੀ ਬਸ ਇਹੀ ਬਹੁਤ ਵੱਡੀ ਕੋਈ ਲੱਸੀ, ਬਸ ਕਿਰਪਾ, ਕੋਈ ਸ਼ਰਬਤ, ਬਸ ਕਿਰਪਾ। ਚੰਗਾ ਫਿਰ ਕੋਈ ਨਹੀਂ, ਕੱਲ ਨੂੰ ਆ ਕੇ ਲੈ ਜਾਓ। ਠੀਕ ਹੈ ਜੀ। ਘਰੇ ਖਾਣ ਨੂੰ ਦਾਣੇ ਨਹੀਂ ਹੈ, ਕਰਨਗੇ ਗੁਰੂ ਨੂੰ ਲੰਗਰ। ਉਹ ਲਾਲਾ ਆ ਤੂੰ ਕੀ ਕਮਲ ਘੋਟਣ ਲੱਗਿਆ? ਮੈਂ ਕਿਤੇ ਕਮਲਾ ਹੋ ਗਿਆ? ਮੈਂ ਕਿਹੜਾ ਕਮਲ ਘੋਟਿਆ? ਓਏ ਇਹਨਾਂ ਨੂੰ ਧਾਰ ਦੇ ਕੇ ਆ ਕਮਲ ਨਹੀਂ ਘੋਟਦਾ ਤਾਂ ਹੋਰ ਕੀ? ਇਹੋ ਜਿਹਾ ਕੀ ਹੋ ਗਿਆ? ਉਹ ਲਾਲਾ
ਆ ਜਿਹੜੇ ਆਏ ਸੀ ਨਾ ਸਮਰ ਤੇ ਮੁਸਾ, ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ। ਇਹ ਕਦੇ ਕਿਸ ਦਾ ਉਧਾਰ ਨਹੀਂ ਮੋੜਦੇ। ਆਪਣੇ ਪੈਸਿਆਂ ਦੀ ਖੈਰ ਨਾ ਸਮਝੀ, ਪੈਸੇ ਨਹੀਂ ਮੋੜਨੇ। ਬੰਦੇ ਤਾਂ ਭਲੇ ਮਾਨਸ ਲੱਗਦੇ ਤੇ। ਓ ਲਾਲਾ ਕਿਉਂ ਕਮਲਾ ਹੋਇਆ? ਅੱਜ ਜਦੋਂ ਬੰਦੇ ਨੂੰ ਕਰਜ਼ ਹੁੰਦੀ ਆ ਤਾਂ ਹਰ ਬੰਦਾ ਭਲਾ ਮਾਨਸੀ ਲੱਗਦਾ। ਹਾਂ ਅੱਛਾ, ਤੂੰ ਤਾਂ ਭਾਈ ਮੈਨੂੰ ਵੀ ਸੋਚੀ ਬਾਤ ਆ। ਲੈ ਲੈ ਫਿਰ ਆਉਣ ਦੇ ਫਿਰ ਕੱਲ ਨੂੰ ਮੇਰੇ ਕੋਲ। ਮੈਂ ਨਹੀਂ ਦਿੰਦਾ ਦਾਰ ਉਹਨਾਂ ਨੂੰ। ਸ਼ੰਭੂ 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 ਚੰਗਾ ਭਾਈ ਜੀ ਤਾਂ ਮੈਨੂੰ ਬਚਾ ਲਿਆ। ਆਪਾਂ ਪੁੱਤ ਬਹੁਤ ਭਾਗਾ ਵਾਲੇ ਆ। ਆਪਾਂ ਨੂੰ ਮਹਾਰਾਜ ਨੇ ਸੇਵਾ ਬਖਸ਼ੀ। ਬੜੇ ਭਾਗ ਚੰਗੇ ਨੇ ਆਪਣੇ। ਆਪਾਂ ਬਹੁਤ ਕਰਮਾਂ ਵਾਲੇ ਆ। ਕੌਣ ਹੈ ਭਾਈ? ਕੌਣ ਹੈ? ਰਾਮ 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 ਰਾਮ। ਸਮਾਨ ਲੈਣ ਆਏ ਸੀਗੇ। ਕਿਹੜਾ ਸਮਾਨ? ਸਮਾਨ ਤਾਂ ਮੁੱਕ ਗਿਆ। ਮੈਂ ਮੁੱਕਰ ਗਿਆ। ਕਮਾਲ ਆ, ਤੁਸੀਂ ਸਾਨੂੰ ਜ਼ੁਬਾਨ ਦਿੱਤੀ ਆ ਕੱਲ। ਜ਼ੁਬਾਨ ਦਾ ਨਹੀਂ, ਤੁਸੀਂ ਸਮਾਨ ਦਾ ਸੋਚੋ। ਜ਼ੁਬਾਨ ਦਾ ਕੀ ਹੈ? ਜ਼ੁਬਾਨ ਤਾਂ ਹਿਲਦੀ ਰਹਿੰਦੀ ਆ। ਲੈ ਹੁਣ ਵੀ ਲੱਗੀ। ਕੁਝ ਹੋਇਆ? ਚੰਗਾ ਭਾਈ ਰਾਮ ਰਾਮ। ਜੈ ਸ਼ੰਭੂ ਸ਼ੰਭੂ। ਇਹ ਭਾਗਵੰਤੀ ਕੁੰਡਾ ਲਾ ਕੇ ਰੱਖਿਆ ਕਰ। ਹਾਂ ਕਿਉਂ ਪੁੱਤ? ਵੇਖ ਲਾ, ਲਾਲੇ ਨੇ ਆਪਣੇ ਨਾਲ ਬਹੁਤ ਵੱਡਾ ਪੁੱਤ ਧੋਖਾ ਕੀਤਾ। ਤੂੰ ਪੁੱਤ ਘਬਰਾਈ ਨਾ। ਗੁਰੂ ਸਾਹਿਬ ਨੇ ਕੋਈ ਨਾ ਕੋਈ ਰਾਹ ਆਪਣੇ ਵਾਸਤੇ ਜ਼ਰੂਰ ਰੱਖਿਆ ਹੋਣਾ। ਕੋਈ ਨਾ ਕੋਈ ਉਹਨੇ ਆਪੇ ਟਾਹਣੀ ਨਵਾ ਦੇਣੀ ਆ ਸੱਚੇ ਪਾਤਸ਼ਾਹ ਨੇ। ਉਹਦੀਆਂ ਉਹੀ ਜਾਣੇ। ਵਾਹਿਗੁਰੂ। ਪਿਤਾ ਜੀ ਹੁਣ ਕੀ ਬਣੂਗਾ ਆਪਣਾ? ਹੋਣਾ ਕੀ ਹੈ ਪੁੱਤ? ਬਹੁਤ ਬੇਇੱਜ਼ਤੀ ਹੋ ਜਾਣੀ ਆ ਪਿੰਡ 'ਚ ਆਪਣੀ ਤਾਂ। ਲਾਲੇ ਨੇ ਤਾਂ ਬਹੁਤ ਮੌਕੇ ਤੇ ਆ ਕੇ ਆਪਣੇ ਨਾਲ ਧੋਖਾ ਕੀਤਾ, ਜਵਾਬ ਦੇ ਦਿੱਤਾ। ਇਹਨਾਂ ਧੋਖੇਬਾਜ਼ਾਂ ਨਾਲ ਨਾ ਹੁਣ ਧੋਖੇਬਾਜ਼ ਹੀ ਬਣਨਾ ਪਊਗਾ। ਮੈਂ ਪੁੱਤਰ ਜੀ ਸਮਝਿਆ ਨਹੀਂ ਤੁਸੀਂ ਕੀ ਕਿਹਾ। ਮੇਰੇ ਕਹਿਣ ਦਾ ਮਤਲਬ ਆਪਾਂ ਹੁਣ ਨਾ ਲਾਲੇ ਦੀ ਦੁਕਾਨ 'ਚ ਰਾਤ ਨੂੰ ਪਾੜ ਪਾਵਾਂਗੇ। ਸਹੀ ਕਹਿ ਰਿਹਾ ਤੂੰ। ਹੋਰ ਆਪਣੇ ਕੋਲ ਰਾਹ ਵੀ ਕੋਈ ਨਹੀਂ। ਇੱਜ਼ਤ ਬਚਾਉਣ ਲਈ ਹੁਣ ਠੀਕ ਹੈ, ਰਾਤ ਪੈ ਲੈਣ ਦੇ। ਹਜੇ ਲੋ ਲੱਗੀ ਹੋਈ ਹੈ। ਰੱਸਾ ਸੁੱਟੋ। ਪਿਤਾ ਜੀ। ਹਾਂ ਪੁੱਤ। ਮੈਂ ਫਸ ਗਿਆ। ਆ ਸਤੀਰ ਘੁੰਮ ਗਿਆ ਪੁੱਤ। ਮੈਨੂੰ ਵੀ ਲੱਗ ਰਿਹਾ ਫਸ ਗਿਆ। ਕੋਸ਼ਿਸ਼ ਕਰ ਨਿਕਲਣ ਦੀ। ਜੇ ਦਿਨ ਚੜ ਗਿਆ ਨਾ ਸਾਰੀ ਕੌਮ ਦੀ ਬਦਨਾਮੀ ਹੋ ਜਾਣੀ ਆ। ਸਹੀ ਕਿਹਾ ਪਿਤਾ ਜੀ। ਜੇ ਆਪਣੀ ਬਦਨਾਮੀ ਹੋਗੀ ਤਾਂ ਆਪਣੀ ਸਿੱਖ ਕੌਮ ਦੀ ਬਦਨਾਮੀ ਹੋਏਗੀ। ਬੰਦੇ ਦੀ ਪਹਿਚਾਣ ਉਹਦੇ ਸਿਰ ਨਾਲ ਹੁੰਦੀ ਹੈ। ਪਿਤਾ ਜੀ ਹੁਣ ਤਾਂ ਇੱਕੋ ਕੰਮ ਹੋ ਸਕਦਾ, ਤੁਸੀਂ ਮੇਰਾ ਸਿਰ ਵੱਢ ਕੇ ਲੈ ਜਾਓ। ਪੁੱਤਰ ਸਿਰ ਤਾਰ ਕੇ ਲੈ ਜਾ। ਐਸਾ ਕਿਹੜਾ ਪਿਓ ਆ ਜਿਹੜਾ ਆਪਣੇ ਪੁੱਤਰ ਨਾਲ ਇਦਾਂ ਕਰ ਲੇਗਾ? ਇਹ ਪਿਓ ਦੇ ਵੱਸ ਨਹੀਂ ਹੈਗਾ। ਤੁਸੀਂ ਇਸ ਟਾਈਮ ਪਿਓ ਨਹੀਂ, ਇੱਕ ਸਿੱਖ ਹੋ। ਇਹ ਸੱਚੇ ਪਾਤਸ਼ਾਹ। ਇਸ ਲਈ ਸਿੱਖ ਹੋਣ ਦੇ ਨਾਤੇ ਇਹ ਸੇਵਾ ਤੁਹਾਨੂੰ ਕਰਨੀ ਪਏਗੀ। ਹੇ ਗੁਰੂ ਨਾਨਕ। ਪਿਤਾ ਜੀ ਤੁਸੀਂ ਸੇਵਾ ਆਰੰਭ ਕਰੋ। ਵਾਹਿਗੁਰੂ 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 ਵਾਹਿਗੁਰੂ। ਇਹ ਸੱਚੇ ਪਾਤਸ਼ਾਹ ਤੇਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇਰਾ ਭਾਣਾ ਮਿੱਠਾ ਨੇ। ਸ਼ੰਭੂ 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 ਸ਼ੰਭੂ। ਲਾਸ਼। ਸੱਤ ਪਾਰਟੀ। ਜਾਵਾ ਕਿ ਨਾ ਜਾਵਾ? ਸ਼ੰਭੂ 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 ਸ਼ੰਭੂ। ਸਮਰ ਨੂੰ ਪੁੱਛਦਾ, ਉਹ ਮੇਰੇ ਕੋਲ ਸੌਦੇ ਲੈਣ ਆਇਆ ਸੀ। ਉਹਦੇ ਕੋਲ ਜਾ ਕੇ ਆਉਣਾ। ਆਓ 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 ਉਹਦੇ ਕੋਲ। ਸ਼ੰਭੂ ਸ਼ੰਭੂ ਸ਼ੰਭੂ। ਸਮਣ। ਉਹ ਸਮਣ। ਉਹ ਛੇਤੀ ਖੋਲ। ਉਹ ਸਮਣ ਕਿੱਥੇ ਮਰ ਗਿਆ? ਸਮਣ। ਉਹ ਸਮਣ। ਲਾਲਾ ਐਸ ਵੇਲੇ ਸੁਣ, ਇੱਕ ਗਰਜ ਸੀ ਤੇਰੇ ਤੱਕ।
ਮੇਰੇ ਤੱਕ ਤਾਂ ਇਹਨੂੰ ਕੀ ਗਰਜ ਹੈ? ਮੇਰੇ ਘਰ ਕਿਸੇ ਨੇ ਬੰਦਾ ਵੱਢ ਕੇ ਸੁੱਟਤਾ, ਲਾਸ਼ ਪਈ ਆ ਮੇਰੇ ਘਰੇ। ਮੇਰਾ ਵੀਰ, ਉਹ ਲਾਸ਼ ਸੁੱਟਿਆ ਕਿਤੇ ਨਹੀਂ, ਮੈਂ ਫਸ ਜਾਏਗਾ। ਜਿੰਨੇ ਪੈਸੇ ਤੈਨੂੰ ਚਾਹੀਦੇ ਆ ਨਾ, ਮੈਂ ਉਹਨੇ ਪੈਸੇ ਤੈਨੂੰ ਦਿਆਂਗਾ। ਉਹ ਬੇਈਮਾਨਾ, ਮੈਂ ਤੇਰੇ ਤੋਂ ਪੈਸੇ ਪੂਸੇ ਨਹੀਂ ਲੈਣੇ ਹੈਗੇ। ਇਹ ਸੇਵਾ ਤੇਰੀ ਮੈਂ ਮੁਫਤ ਕਰਾਂਗਾ। ਮੈਨੂੰ ਕੋਈ ਪੈਸਿਆਂ ਦੀ ਲੋੜ ਨਹੀਂ ਤੇਰੇ ਤੋਂ। ਛੇਤੀ ਕਰ, ਛੇਤੀ ਕਰ, ਮੈਂ ਤੇਰਾ ਦੇਣ ਨਹੀਂ ਦੇ ਸਕਦਾ। ਆ ਜਾ, ਇੰਨਾ ਮੇਰੇ ਕੋਲ ਸਮਾਂ ਨਹੀਂ ਹੈ। ਆ ਜਾ ਵੀਰ, ਆ ਜਾ, ਛੇਤੀ ਆ ਜਾ। ਉਹ ਕੀ ਸੋਚਦਾ ਹੈ? ਤੂੰ ਘਬਰਾ ਨਾ, ਤੇਰੀ ਇਹ ਸੇਵਾ ਮੈਂ ਹੀ ਕਰਾਂਗਾ। ਘਬਰਾ ਨਾ ਤੂੰ ਲਾਲਾ। ਹਾਏ ਓ ਰੱਬਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਹੇ ਗੁਰੂ ਨਾਨਕ, ਏ ਸੱਚੇ ਪਾਤਸ਼ਾਹ, ਓ ਵਾਹਿਗੁਰੂ, 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 ਵਾਹਿਗੁਰੂ। ਧੰਨ ਸਾਹਿਬਾਨ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆਪ ਜੀ ਭੋਗ ਲਾਓ। ਸੰਗਤਾਂ ਵੀ ਇੰਤਜ਼ਾਰ ਕਰ ਰਹੀਆਂ ਪ੍ਰਸ਼ਾਦੇ ਦਾ ਸਾਹਿਬ। ਗੁਰੂ ਜੀ ਨੇ ਮੁਸਣ ਬਾਰੇ ਪੁੱਛਿਆ। ਉਹ ਤੇ ਸੁੱਤਾ ਪਿਆ ਜੀ, ਰਾਤ ਦਾ ਸੇਵਾ ਕਰਕੇ ਥੱਕ ਗਿਆ ਸੀਗਾ, ਸੁੱਤਾ ਹੋਇਆ ਜੀ ਉਹ ਤਾਂ। ਜਦ ਗੁਰੂ ਜੀ ਅੱਗੇ ਪ੍ਰਸ਼ਾਦੇ ਦਾ ਥਾਲਾ ਰੱਖਿਆ ਤਾਂ ਗੁਰੂ ਜੀ ਨੇ ਕਿਹਾ, ਘਰੇ ਸੰਗਤ ਆਈ ਹੋਈ ਹੈ ਤੇ ਮੁਸਣ ਆਰਾਮ ਕਰਦਾ, ਪਹਿਲਾਂ ਮੁਸਣ ਨੂੰ ਬੁਲਾਓ, ਫਿਰ ਪ੍ਰਸ਼ਾਦਾ ਛਕੋ। ਆਪ ਜੀ ਕਿਰਪਾ ਕਰੋ, ਮੇਰੇ ਬੁਲਾਉਣ ਤੇ ਤਾਂ ਨਹੀਂ ਆਉਂਦਾ ਹੈਗਾ ਉਹ। ਆਪ ਜੀ ਕੋਈ ਸੁਨੇਹਾ ਲਾਓ, ਆਪ ਜੀ ਬੁਲਾਓ ਕਿਸੇ ਗੁਰਸਿੱਖ ਨੂੰ ਘੱਲ ਕੇ ਸੱਚੇ ਪਾਤਸ਼ਾਹ ਜੀ। ਆਪ ਜੀ ਕਿਰਪਾ ਕਰੋ। ਤਾਂ ਗੁਰੂ ਜੀ ਨੇ ਆਪ ਆਵਾਜ਼ ਮਾਰੀ, ਮੁਸਣ ਵਾਹਿਗੁਰੂ, ਅੰਦਰ ਪਿਆ ਕੀ ਕਰਦਾ ਬਈ? ਬਾਹਰ ਆ, ਸੰਗਤਾਂ ਦੀ ਸੇਵਾ ਕਰ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਵਾਹਿਗੁਰੂ, ਵਾਹਿਗੁਰੂ, ਧੰਨ ਗੁਰੂ ਨਾਨਕ, ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਹੇ ਨਾਨਕ, ਸੱਚੇ ਪਾਤਸ਼ਾਹ, ਹੇ ਧੰਨ ਮੇਰੇ ਗੁਰੂ ਸਾਹਿਬ, ਹੇ ਮੇਰੇ ਦਾਤਾ, ਹੇ ਸੱਚੇ ਪਾਤਸ਼ਾਹ। ਇਹ ਹੁੰਦੇ ਨੇ ਵੀਰੋ ਫੈਨ, ਇਹ ਨਹੀਂ ਹੁੰਦੇ, ਇਹਦਾ ਰੁਪਈਆਂ ਦੇ ਯਾਰ ਹੈ। ਕਦੇ ਫ੍ਰੀ ਘਰ ਬੁਲਾ ਕੇ ਦੇਖਿਓ, ਜੇ ਘਰ ਵੜ ਵੀ ਗਏ ਤਾਂ ਕਹਿ ਦਿਓ ਆਹ ਦੇਖ ਲਓ, ਆਹ ਲਾ ਤੁਹਾਡੇ ਸਟਾਰ ਹੀ ਭੱਜ ਗਏ ਜਿਨ੍ਹਾਂ ਦੇ ਤੁਸੀਂ ਫੈਨ ਹੋ। ਓਏ ਉਹਦੇ ਫੈਨ ਬਣੋ ਜਿਹੜਾ ਦੋ ਜਹਾਨਾਂ ਵਿੱਚ ਬਾਹ ਫੜਦਾ, ਉਹ ਤੇਰੀ ਹੁਣੀ ਬਾਹ ਛੜਾ ਕੇ ਭੱਜ ਗਿਆ। ਇਹਨਾਂ ਦੇ ਫੈਨ ਬਣਦੇ ਹੋ ਤੁਸੀਂ। ਉਹ ਇਹਨਾਂ ਪਿੱਛੇ ਲੜਦੇ ਹੋ, ਸਾਡੇ ਪੰਜਾਬੀ ਵੀਰਾਂ ਨਾਲ ਸਾਨੂੰ ਗਾਲਾਂ ਕੱਢਦੇ ਹੋ ਫੇਸਬੁੱਕਾਂ ਤੇ। ਉਹ ਛੱਡ ਕੇ ਚਲਾ ਗਿਆ ਪੂਛ ਛੜਾ ਕੇ, ਤੇ ਆਹ ਦੇਖੋ ਤੁਸੀਂ ਕੀ ਹਾਲ ਬਣਾਇਆ ਹੋਇਆ ਹੈ। ਸਾਨੂੰ ਆਪਦੀ ਗਲਤੀ ਤੇ ਬਹੁਤ ਸ਼ਰਮਿੰਦਗੀ ਹੈ ਜੀ। ਸਾਡੇ ਤੋਂ ਨਾ ਮਾਫੀ ਮੰਗੋ, ਮਾਫੀ ਮੰਗਣੀ ਆਪਣੇ ਪਿਓ ਤੋਂ ਮੰਗੋ ਜਿਹੜਾ ਦਿਨ ਰਾਤ ਤੁਹਾਡੇ ਪਿੱਛੇ ਪਿੱਛੇ ਫਿਰਦਾ, ਜਾਂ ਇਹਨਾਂ ਵੀਰਾਂ ਤੋਂ ਮੰਗੋ ਜਿਹੜਾ ਤੁਹਾਡੇ ਪਿੱਛੇ ਇੰਨਾ ਸੰਘਰਸ਼ ਕਰ ਰਹੇ ਨੇ। ਸ਼ਾਬਾਸ਼, ਸ਼ਾਬਾਸ਼ ਮੇਰੇ ਬੱਚਿਓ। ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ, ਉਸ ਨੂੰ ਭੁੱਲਿਆ ਨਾ ਜਾਣੀਏ। ਜੇ ਤੁਸੀਂ ਸੁਧਰ ਗਏ, ਮੈਂ ਸਮਝੂੰਗਾ ਸਾਰਾ ਪੰਜਾਬ ਸੁਧਰ ਗਿਆ। ਲਓ ਜੀ, ਹੁਣ ਤੁਸੀਂ ਫੈਸਲਾ ਕਰਨਾ ਕਿ ਤੁਸੀਂ ਕਿਹਦੇ ਫੈਨ ਬਣਨਾ। ਸੱਚਾ ਫੈਨ ਕੀ ਹੁੰਦਾ ਤੁਹਾਡੇ ਸਾਹਮਣੇ ਹੀ ਹੈ, ਦੇਖ ਹੀ ਲਿਆ ਤੁਸੀਂ। ਤੇ ਲਓ ਮੇਰੇ ਵੀਰੋ, ਹੁਣ ਤੁਹਾਡੇ ਤੇ ਗੱਲ ਹੈ, ਤੁਸੀਂ ਸੱਚੇ ਫੈਨ ਬਣਨਾ ਜਾਂ ਝੂਠੇ ਫੈਨ ਬਣਨਾ। ਜੇ ਕੋਈ ਸਾਡੀ ਗਲਤੀ ਹੋਵੇ ਤਾਂ ਮਾਫ ਕਰਨਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।